ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਤੇ ਦੇਸ਼ ਦੇ ਨਕਸ਼ੇ ਦੇ ਉੱਤੇ ਕਿਸਾਨੀ ਅੰਦੋਲਨ, ਬੀਜੇਪੀ ਦੀ ਘਬਰਾਹਟ ਤੇ ਪੰਜਾਬ ਦੀ ਸਿਆਸਤ ਦੇ ਬਾਰੇ। ਅੰਦੋਲਨ ਦੇ ਵਿੱਚ ਸਿਆਸਤ ਦਾ ਰੋਲ ਕਿਸ ਤਰ੍ਹਾਂ ਜਿਹੜਾ ਉਹ ਅੱਗੇ ਵਧਾਇਆ ਜਾ ਸਕਦਾ। ਹਮੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬਿਸਤਾਨ ਟੀਵੀ। ਜੀ ਸ਼ੁਕਰੀਆ ਸੁਖਿੰਦਰ। ਹਮੀਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਅੰਦੋਲਨ ਦੇ ਮੌਜੂਦਾ ਜਿਹੜੇ ਪ੍ਰਭਾਵ ਨੇ? ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਦੀ ਸਿਆਸਤ ਦੇ ਉੱਤੇ ਪੈਣੇ ਲਾਜ਼ਮੀ ਨੇ, ਪਰ ਕਿਸਾਨ ਜਿਹੜੇ ਕਿਸਾਨ ਆਗੂ ਨੇ ਉਹ ਇਸ ਗੱਲ ਤੇ ਆਉਣ ਦੇ ਲਈ ਤਿਆਰ ਨੇ। ਉਹ ਕਹਿੰਦੇ ਨੇ ਕਿ ਹਲੇ ਸਿਆਸਤ ਦੇ ਵਿੱਚ ਨਹੀਂ, ਜਾਂ ਕਿਸਾਨਾਂ ਦੇ ਵਿੱਚ ਕੁਝ ਚਿੰਤਾਵਾਂ ਨੇ ਕਿ ਸ਼ਾਇਦ ਜੇਕਰ ਉਹ ਸਿਆਸਤ ਵੱਲ ਮੂੰਹ ਕਰਦੇ ਨੇ ਤਾਂ ਜਿਹੜਾ ਅੰਦੋਲਨ ਹੈ, ਜਿਹੜੀ ਅੰਦੋਲਨ ਦੀ ਕਾਰਗੁਜ਼ਾਰੀ ਹੈ, ਉਹਨੂੰ ਥੋੜੀ ਢਾਹ ਲੱਗ ਸਕਦੀ ਹੈ। ਨਹੀਂ ਦੇਖੋ, ਇਹ ਵੀ ਮੇਰੇ ਖਿਆਲ ਹੈ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਸਿਆਸਤ 'ਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ। ਮੈਨੂੰ ਲੱਗਦਾ ਸਿਆਸਤ ਤਾਂ ਪਹਿਲਾਂ ਹੀ ਹੋ ਰਹੀ ਹੈ। ਸਿਆਸਤ ਕੋਈ ਇਹੋ ਜਿਹੀ ਖਲਾਚ ਚੀਜ਼ ਨਹੀਂ ਹੈ। ਸਿਆਸਤ ਦੇ ਪਹਿਲੂ ਨੇ ਕਿ ਜਦੋਂ ਤੁਸੀਂ ਪਾਲਿਸੀ ਨੂੰ ਦੇ ਖਿਲਾਫ ਲੜਾਈ ਲੜਦੇ ਹੋ ਕਿਸੇ ਦੇ, ਜਾਂ ਕਿਸੇ ਪਾਲਿਸੀ ਦੇ ਪੱਖ ਦੇ ਵਿੱਚ ਖੜੇ ਹੁੰਦੇ ਹੋ, ਜਾਂ ਉਹ ਸਾਰੇ ਸਿਸਟਮ ਨੂੰ ਤੁਸੀਂ ਕੋਈ ਤਬਦੀਲ ਕਰਨ ਦੀ ਗੱਲ ਕਰਦੇ ਹੋ, ਤੇ ਜਾਂ ਸਿਆਸਤਦਾਨਾਂ ਵੱਲੋਂ ਕੀਤੇ ਗਏ ਬਿਆਨਬਾਜ਼ੀ ਦੇ ਉਲਟ ਤੁਸੀਂ ਆਪਣਾ ਇੱਕ ਵਰਤਾਂਤ ਸਿਰਜਦੇ ਹੋ, ਸਾਰਾ ਕੁਝ ਸਿਆਸਤ ਹੈ। ਔਰ ਇਹ ਅਲੱਗ ਗੱਲ ਹੈ ਕਿ ਉਹ ਇੱਕ ਪਾਰਟੀ ਦੀ ਸਿਆਸਤ ਨਹੀਂ ਹੈ। ਮਤਲਬ ਓਵਰਆਲ ਸਿਆਸਤ ਤਾਂ ਹੈਗੀ ਉਹ ਹੈ। ਜੇ ਪਾਰਟੀਆਂ ਨਾ ਹੋਣ ਮੰਨ ਲਓ, ਫਿਰ ਕਿਹੜਾ ਸਿਆਸਤ ਨਹੀਂ ਹੋਣੀ। ਇਹ ਇੱਕ ਸਾਡੇ ਇੱਕ ਸਿਸਟਮ 'ਚ ਆ ਗਿਆ ਕਿ ਸਾਡੇ ਪਾਰਟੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਤੇ ਉਹੀ ਚੁਣੀਆਂ ਜਾਣਗੀਆਂ। ਆਹ ਸਿਆਸਤ ਹੈ। ਜਿੱਥੇ ਕਿਤੇ ਮੰਨ ਲਓ ਪਾਰਟੀਆਂ ਨਹੀਂ ਹੈ, ਡਿਕਟੇਟਰ ਹੈ ਕੋਈ ਬੰਦਾ, ਜਦੋਂ ਲੋਕ ਉਹਦੇ ਖਿਲਾਫ ਮੂਵਮੈਂਟਾਂ ਲੜਦੇ ਨੇ, ਜਦੋਜਹਿਦਾਂ ਕਰਦੇ ਨੇ, ਤਾਂ ਉਹ ਇੱਕ ਸਿਆਸਤ ਹੁੰਦੀ ਹੈ। ਇਸ ਲਈ ਸਿਆਸਤ ਦੇ ਜਿਹੜੇ ਦੋ ਵੱਖ-ਵੱਖ ਪਹਿਲੂ ਨੇ, ਇੱਕ ਪਹਿਲੂ ਇਹ ਹੈ ਕਿ ਲੋਕ ਅੰਦੋਲਨਾਂ ਰਾਹੀਂ, ਲੋਕ ਆਪਣੇ ਜਨਤਕ ਲਾਮਬੰਦੀਆਂ ਰਾਹੀਂ ਉਸ ਸਿਆਸਤ ਨੂੰ ਪ੍ਰਭਾਵਿਤ ਕਰਦੇ ਨੇ ਜਿਹੜੀ ਸਿਆਸਤ ਉਹਨਾਂ ਨੂੰ ਲੱਗਦੀ ਹੈ ਕਿ ਸਾਡੇ ਖਿਲਾਫ ਹੈ, ਜਾਂ ਉਸ ਸਿਆਸਤ ਨੂੰ ਮਜ਼ਬੂਤ ਕਰਦੇ ਨੇ ਜਿਹੜੀ ਉਹਨਾਂ ਨੂੰ ਲੱਗਦੀ ਹੈ ਕਿ ਸਾਡੇ ਪੱਖ ਦੇ ਵਿੱਚ। ਇਸ ਕਰਕੇ ਇਹ ਅੰਦੋਲਨ ਬੜੇ ਲੰਬੇ ਸਮੇਂ ਤੋਂ ਇੱਕ ਸਿਆਸਤ ਨੂੰ ਪ੍ਰਭਾਵਿਤ ਕਰ ਰਿਹਾ। ਉਹ ਕੀ ਕਹਿ ਰਿਹਾ ਹੈ? ਉਹ ਇਹ ਕਹਿ ਰਿਹਾ ਹੈ ਕਿ ਤੁਸੀਂ ਕਿਉਂਕਿ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਕਾਨੂੰਨ ਨਹੀਂ ਬਣਾਏ, ਕੇਂਦਰ ਸਰਕਾਰ ਨੂੰ ਹੱਕ ਨਹੀਂ ਹੈ, ਇਹ ਰਾਜਾਂ ਦਾ ਵਿਸ਼ਾ ਹੈ, ਬਲਕਿ ਜਿਹੜੀ ਸਿਆਸਤ ਸਾਡੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਰਨੀ ਚਾਹੀਦੀ ਸੀ ਉਹ ਸਿਆਸਤ ਕਿਸਾਨ ਅੰਦੋਲਨ ਕਰਦੇ ਆ। ਇੱਥੇ ਸਟੈਂਡ ਤਾਂ ਪਾਰਟੀਆਂ ਨੂੰ ਲੈਣਾ ਚਾਹੀਦਾ ਸੀ ਅੱਜ ਤੱਕ ਜਿਹੜੀਆਂ ਸਾਡੀਆਂ ਪੰਜਾਬ 'ਚ ਨੇ, ਕਿ ਜੀ ਤੁਸੀਂ ਕਿਉਂ ਕਰ ਰਹੇ ਹੋ ਇਹ, ਕਿਉਂਕਿ ਵਿਰੋਧੀ ਹੈ। ਉਹਨਾਂ ਦੇ ਬੈਨਰ ਹੇਠ, ਆਪਣੇ ਬੈਨਰ ਹੇਠ ਲੜਾਈ ਲੜਨੀ ਚਾਹੀਦੀ ਸੀ, ਸਿਆਸੀ ਲੜਾਈ, ਪਰ ਉਹ ਸਿਆਸੀ ਲੜਾਈ ਨਹੀਂ ਲੜ ਰਹੀਆਂ। ਇਸੇ ਕਰਕੇ ਅੰਦੋਲਨ ਇੱਕ ਹੋਰ ਵੱਡੀ ਗੱਲ ਇਹ ਕਹਿ ਰਿਹਾ ਕਿ ਜਿਹੜੀ ਪਾਲਿਸੀ ਹੈ, ਜੇ ਕਾਰਪੋਰੇਟ ਘਰਾਣਿਆਂ ਨੇ ਲਾਗੂ ਕਰਨੀ ਹੈ ਜਾਂ ਉਹਨਾਂ ਲਈ ਲਾਗੂ ਕਰਨੀ ਹੈ, ਤਾਂ ਸਾਰੇ ਲੋਕਾਂ ਦਾ ਜਿਹੜਾ ਹਾਲ ਹੈ ਉਹ ਮਾੜਾ ਹੋ ਜਾਏਗਾ। ਪਹਿਲਾਂ ਹੀ ਮਾੜਾ ਹਾਲ ਹੈ, ਕਿਉਂਕਿ ਆਹ ਪੈਂਡੈਮਿਕ ਤੋਂ ਬਾਅਦ ਜਿਹੜੀ ਕੋਵਿਡ ਹੋਈ ਹੈ, 1 ਮਿੰਟ 'ਚ ਆਕਸਫਾਰਮ ਦੀ ਰਿਪੋਰਟ ਆਈ ਹੈ, ਇੱਕ ਆਕਸਫਾਰਮ ਦੀ ਰਿਪੋਰਟ 9 ਜੁਲਾਈ ਨੂੰ ਜਿਹੜੀ ਜਾਰੀ ਹੋਈ ਹੈ, ਉਹ ਇਹ ਕਹਿ ਰਹੀ ਹੈ ਕਿ 1 ਮਿੰਟ 'ਚ 11 ਬੰਦੇ ਭੁੱਖਮਰੀ ਨਾਲ ਮਰਨ ਲੱਗ ਗਏ। ਇਹਦਾ ਮਤਲਬ 1 ਘੰਟੇ 'ਚ 660 ਬੰਦੇ, ਤੇ 24 ਘੰਟਿਆਂ 'ਚ 15,000 ਤੋਂ ਵੱਧ ਬੰਦਾ ਮਰ ਰਿਹਾ ਭੁੱਖ ਨਾਲ, ਜਿਹੜਾ ਕਿ ਕੋਵਿਡ ਨਾਲ ਨਹੀਂ ਉਹਨਾਂ ਮਰਿਆ। ਜਿੰਨੀਆਂ ਕੋਵਿਡ ਨਾਲ ਦੁਨੀਆ 'ਚ ਮੌਤਾਂ ਹੋਈਆਂ ਨੇ, ਉਹਦੇ ਮੁਕਾਬਲੇ ਭੁੱਖ ਨਾਲ ਮਰਨ ਵਾਲੀਆਂ ਮੌਤਾਂ ਦੀ ਦਰ ਵੱਧ ਚੁੱਕੀ ਹੈ। ਹੁਣ ਸਿਆਸਤ ਕੀ ਕਰਨੀ ਚਾਹੀਦੀ ਹੈ? ਸਿਆਸਤ ਇਹ ਕਰਨੀ ਚਾਹੀਦੀ ਹੈ ਕਿ ਲੋਕਾਂ ਦੇ ਰੁਜ਼ਗਾਰ ਦਾ ਸਵਾਲ ਹੈ, ਲੋਕਾਂ ਦੀ ਰੋਜੀ ਰੋਟੀ ਦਾ ਸਵਾਲ ਹੈ, ਲੋਕਾਂ ਦੀ ਭੁੱਖਮਰੀ ਦਾ ਸਵਾਲ ਹੈ, ਜਾਂ ਸਿਆਸਤ ਇਹ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਕੌਣ ਬਣੇ, ਪ੍ਰਧਾਨ ਮੰਤਰੀ ਕੌਣ ਬਣੇ, ਫਲਾਨਾ ਕੌਣ ਬਣੇ। ਇਸ ਲਈ ਇੱਕ ਜਿਹੜਾ ਇਹ ਪਹਿਲੂ ਹੈ ਕਿ ਲੋਕਾਂ ਦੀ ਸਿਆਸਤ ਕਰਨ ਦਾ ਇੱਕ ਤਰੀਕਾ, ਉਹ ਸਾਰੀਆਂ ਜਥੇਬੰਦੀਆਂ ਪਹਿਲਾਂ ਹੀ ਕਰਨ। ਹਾਂ, ਦੂਜਾ ਸਵਾਲ ਹੁਣ ਇਹ ਆ ਰਿਹਾ ਕਿ ਇਹਦੇ ਸਿਆਸਤ ਦੇ ਚੱਲਦੇ ਦੌਰਾਨ, ਕਿਉਂਕਿ ਸਾਡੇ ਢਾਂਚੇ ਦੇ ਵਿੱਚ ਇਹ ਵੀ ਹੈ ਕਿ ਹਰ 5 ਸਾਲ ਬਾਅਦ ਵੋਟਾਂ ਆਉਣੀਆਂ ਨੇ, ਲੋਕਾਂ ਦੀ ਰਾਏ ਦੇ ਨਾਲ ਕਿਹੜੀ ਸਰਕਾਰ ਬਣਨੀ ਹੈ, ਕਿਹੜੀ ਨਹੀਂ ਬਣਨੀ, ਇਹ ਪ੍ਰਭਾਵਿਤ ਹੁੰਦੀ ਹੈ। ਉਹ ਇੱਕ ਪਹਿਲੂ ਹੈ ਉਸ ਪੂਰੀ ਸਿਆਸਤ ਦਾ। ਉਸ ਪੂਰੀ ਸਿਆਸਤ ਦੇ ਪਹਿਲੂ ਦੇ ਵਿੱਚ ਵੀ ਜੇ ਲੋਕ ਜਿਹੜੀਆਂ ਹੁਣ ਤੱਕ ਦੀਆਂ ਪਾਰਟੀਆਂ ਨੇ, ਜਿਹੜੀਆਂ ਉਹਨਾਂ ਨੇ ਦੇਖ ਚੁੱਕੇ ਨੇ, ਉਹ ਅਸੈਂਬਲੀਆਂ 'ਚ, ਪਾਰਲੀਮੈਂਟਾਂ 'ਚ, ਉਹਨਾਂ ਤੋਂ ਨਾਰਾਜ਼ ਨੇ। ਇਸੇ ਕਰਕੇ ਚਾਹੇ ਤੁਸੀਂ ਦੇਖੋ ਕਿ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਸੱਦਾ ਦਿੱਤਾ ਹੋਇਆ ਕਿ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰਨਾ ਹੈ, ਦੂਜੀਆਂ ਪਾਰਟੀਆਂ ਨੂੰ ਚਾਹੇ ਉਸ ਰੂਪ 'ਚ ਵਿਰੋਧ ਨਾ ਕਰੋ, ਪਰ ਉਹਨਾਂ ਤੋਂ ਸਵਾਲ ਪੁੱਛਣੇ। ਪੰਜਾਬ ਦੇ ਪਿੰਡ ਬੈਨਰ ਲੱਗ ਰਹੇ ਨੇ ਕਿ ਜਿੰਨਾ ਚਿਰ ਘੱਟੋ ਘੱਟ ਸਾਡਾ ਅੰਦੋਲਨ ਦਾ ਫੈਸਲਾ ਨਹੀਂ ਹੋ ਰਿਹਾ, ਉਨਾ ਚਿਰ ਵੋਟਾਂ ਮੰਗਣ ਦੇ ਐਂਗਲ ਤੋਂ ਪਿੰਡ 'ਚ ਨਾ ਆਇਆ ਜਾਵੇ ਕਿਸੇ ਵੀ ਪਾਰਟੀ ਨੂੰ। ਇਹ ਇੱਕ ਸਿਆਸੀ ਹਦਾਇਤ ਹੈ ਉਹਨਾਂ ਨੂੰ।
ਪੂਰੇ ਅੰਦੋਲਨ ਦੀ। ਔਰ ਉਹ ਹਦਾਇਤ ਹੀ ਜਿਵੇਂ ਹੁਣ ਪਾਰਲੀਮੈਂਟ ਦੇ ਵਿੱਚ ਹੈ, ਇੱਕ ਵੋਟਰਜ਼ ਵਿਪ ਜਾਰੀ ਕਰਤਾ ਉਹਨਾਂ ਨੇ ਕਿ ਤੁਸੀਂ ਭਾਈ ਜਾਓਗੇ, ਲੋਕਾਂ ਦੇ ਨੁਮਾਇੰਦੇ ਹੋ, ਇਹ ਸਾਡਾ ਵਿਪ ਹੈ, ਉੱਥੇ ਹਾਜ਼ਰ ਰਹੋਗੇ ਤੇ ਇਸ ਅੰਦੋਲਨ ਦੀ ਗੱਲ ਕਰੋਗੇ, ਬਾਈਕਾਟ ਕਰਕੇ ਜਾਂ ਵਾਕਆਊਟ ਕਰਕੇ ਬਾਹਰ ਨਹੀਂ ਬੈਠੋਗੇ। ਇਹ ਵੀ ਇੱਕ ਸਿਆਸਤ ਹੈ, ਸਿਆਸਤ ਦਾ ਇੱਕ ਐਂਗਲ ਹੈ ਬੜਾ ਵੱਡਾ। ਹੁਣ ਲੋਕਾਂ ਦਾ ਇਹ ਇੱਕ ਪੰਜਾਬ ਦੇ ਲੋਕਾਂ ਦਾ, ਜਿਵੇਂ ਯੂਪੀ ਦੇ ਵਿੱਚ ਦਿੱਕਤ ਨਹੀਂ, ਯੂਪੀ ਦੇ ਵਿੱਚ ਉਹ 5 ਸਤੰਬਰ ਨੂੰ ਮੁਜ਼ੱਫਰਪੁਰ 'ਚ ਵੱਡੀ ਰੈਲੀ ਕਰਕੇ ਜਾ ਰਹੇ ਨੇ ਬੀਜੇਪੀ ਦੇ ਖਿਲਾਫ, ਬੀਜੇਪੀ ਨੂੰ ਹਰਾਉਣ ਦੇ ਮਾਮਲੇ ਦੇ ਵਿੱਚ। ਜਿਹੜਾ ਪੰਜਾਬ ਦਾ ਮਾਮਲਾ ਹੈ, ਪੰਜਾਬ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਮਾਮਲਾ ਹੈ, ਕਿਉਂਕਿ ਇੱਥੇ ਬੀਜੇਪੀ ਸੱਤਾ 'ਚ ਨਹੀਂ ਹੈ, ਇਸ ਕਰਕੇ ਬਾਕੀ ਸਭ ਪਾਰਟੀਆਂ ਦੀ ਉਹ ਗੱਲ ਹੈ। ਹੁਣ ਲੋਕ ਅੱਕੇ ਹੋਏ ਨੇ ਸਾਰੀਆਂ ਪਾਰਟੀਆਂ ਤੋਂ, ਇਹ 'ਚ ਕੋਈ ਦੋ ਰਾਮਾ ਨਹੀਂ ਹੈ, ਕਿਉਂਕਿ ਕਾਂਗਰਸ ਲੜ ਰਹੀ ਹੈ ਚਿਹਰੇ ਵਾਸਤੇ, ਕੌਣ ਚਿਹਰਾ ਕੌਣ ਨਹੀਂ। ਉਧਰ ਆਪ ਉਧਰ ਤਾਂ ਚਿਹਰਿਆਂ ਦੀ ਸਿਆਸਤ ਕਰ ਰਹੇ ਨੇ, ਮੁੱਦਿਆਂ ਦੀ ਸਿਆਸਤ ਨਹੀਂ ਕਰ ਰਹੇ, ਇਹ ਲੋਕਾਂ ਦੀ ਸਿਆਸਤ ਨਹੀਂ ਕਰ ਰਹੇ। ਇਸੇ ਕਰਕੇ ਲੋਕ ਉਪਰਾਮ ਨੇ। ਹੁਣ ਲੋਕ ਇਹ ਚਾਹੁੰਦੇ ਨੇ ਕਿ ਕੋਈ ਅਲਟਰਨੇਟਿਵ, ਕੇਵਲ ਪਾਰਟੀਆਂ ਦਾ ਵੀ ਬਦਲ ਆਵੇ ਤੇ ਸਿਆਸਤ ਦਾ ਵੀ ਬਦਲ ਆਵੇ, ਦੋਨੇ ਚੀਜ਼ਾਂ ਦਾ ਬਦਲ ਆਉਣਾ ਚਾਹੀਦਾ। ਜਿਹੜੀ ਸਵਾਰਥ ਆਧਾਰਿਤ ਕੇਵਲ ਸੱਤਾ ਲੈਣ ਦੇ ਲਈ ਹੀ ਸਿਆਸਤ ਹੋ ਰਹੀ ਹੈ, ਉਹਦੇ ਮੁਕਾਬਲੇ ਲੋਕਾਂ ਦਾ ਫਾਇਦਾ ਕਰਨ ਵਾਲੀ ਸਿਆਸਤ ਆਵੇ। ਇਹਦਾ ਸੰਕੇਤ ਉਹ ਦੇਖ ਰਹੇ ਨੇ ਕਿਸਾਨ ਅੰਦੋਲਨ ਦੇ ਵਿੱਚੋਂ। ਇਹਦੀ ਉਹਨਾਂ ਨੂੰ ਲੱਗ ਰਹੀ ਹੈ ਇੱਕ ਗੱਲ ਕਿ ਜੇ ਕਿਸਾਨ ਅੰਦੋਲਨ ਕੋਈ ਫੈਸਲਾ ਕਰ ਲੇ ਤਾਂ ਫਾਇਦਾ ਹੋ ਸਕਦਾ ਹੈ, ਤਾਂ ਇਹ ਬਦਲ ਸਕਦੀ ਹੈ। ਮਤਲਬ ਲੋਕਾਂ ਦਾ ਉਭਾਰ ਜਿਹੜਾ ਇਸ ਲੈਵਲ ਦਾ ਦੱਸ ਰਿਹਾ ਕਿ ਤਾਂ ਮੌਜੂਦਾ ਸਿਆਸਤ, ਉਹਨਾਂ ਦਾ ਕਹਿਣਾ ਕਿ ਮੌਕਾ ਹੈ, ਮੌਕਾ ਇਹ ਵੀ ਨਹੀਂ ਗਵਾਉਣਾ ਚਾਹੀਦਾ। ਕਿਸਾਨ ਅੰਦੋਲਨ ਕੀ ਕਹਿ ਰਿਹਾ? ਕਿਸਾਨ ਅੰਦੋਲਨ ਇਹ ਕਹਿ ਰਿਹਾ ਕਿ ਅਜੇ ਸਾਡਾ ਫੋਕਸ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦੀ ਤਾਕਤ ਸਾਡਾ ਸਭ ਤੋਂ ਬੜਾ ਹਥਿਆਰ ਹੈ। ਅਜੇ ਬਹੁਤ ਟਾਈਮ ਪਿਆ ਹੈ, ਜਦੋਂ ਮੌਕਾ ਆਊਗਾ ਉਦੋਂ ਅਸੀਂ ਦੇਖਾਂਗੇ ਕਿ ਕੀ ਕਰਨਾ ਕੀ ਨਹੀਂ ਕਰਨਾ। ਅਜੇ ਟਾਈਮ ਪਿਆ ਹੈ। ਅਜੇ ਉਹ ਪਾਰਟੀਆਂ ਨੂੰ ਤਾਕੀਦ ਕਰ ਰਹੇ ਨੇ ਕਿ ਤੁਸੀਂ ਇੰਨਾ ਜਲਦੀ ਨਾ ਕਰੋ, 2 ਮਹੀਨੇ ਬਚਣਗੇ ਜਦੋਂ ਉਦੋਂ ਚਲੇ ਜਾਇਓ। ਅਜੇ ਬਾਕੀ ਦੇ ਜਿਹੜੇ 4 ਮਹੀਨੇ ਬਚਦੇ ਨੇ, ਅਜੇ ਤੁਸੀਂ ਵੋਟ ਮੰਗਣ ਨਾ ਜਾਓ। ਇਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੇ ਕਿਹਾ ਹੈ ਸਾਰਾ ਕੁਝ। ਤੇ ਉਹਨਾਂ ਦੇ ਵਿੱਚ ਦਿੱਕਤ ਇਹ ਹੈ ਕਿਸਾਨ ਅੰਦੋਲਨ ਦੇ ਜਿਹੜੇ ਲੀਡਰਸ਼ਿਪ ਹੈ, ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਪਾਰਟੀਆਂ ਨੇ, ਵੱਖ-ਵੱਖ ਤਰ੍ਹਾਂ ਦੀਆਂ ਸਿਆਸਤ ਹੈ ਤੇ ਬੈਕਗ੍ਰਾਉਂਡ ਹੈ ਤੇ ਵਿਚਾਰਧਾਰਾ ਹੈ। ਉਹ ਇਕੱਠੀ ਕਿਵੇਂ ਹੋਵੇ, ਉਹ ਇੱਕ ਮੰਚ ਤੇ ਕਿਵੇਂ ਆ? 3 ਚੀਜ਼ਾਂ ਨਾਲ ਤਾਂ ਉਹ ਇੱਕ ਮੰਚ ਤੇ ਹੈਗੀ ਹੈ, ਆਪਣੇ ਮੰਗਾਂ ਦੇ ਮਾਮਲੇ ਦੇ ਉੱਤੇ, ਬਿੱਲਾਂ ਨੂੰ ਵਾਪਸ ਕਰਾਉਣ ਦੇ ਬਾਅਦ, ਐਕਟ ਨੂੰ ਵਾਪਸ ਕਰਾਉਣ ਦੇ ਮਾਮਲੇ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨੀ ਜਿਹੜੀ ਕਾਨੂੰਨੀ ਗਰੰਟੀ ਦਾ ਜਿਹੜਾ ਸਵਾਲ ਹੈ, ਉਹਦੇ ਸਵਾਲ ਦੇ ਉੱਤੇ। ਪਰ ਅਜੇ ਵੋਟਾਂ ਚੋਣਾਂ ਲੜਨੀਆਂ ਨੇ ਜਾਂ ਨਹੀਂ ਲੜਨੀਆਂ, ਇਹ 'ਚ ਸਾਰੀਆਂ ਪਾਰਟੀਆਂ ਦੀ ਸਾਰੀਆਂ ਜਥੇਬੰਦੀਆਂ ਸਹਿਮਤ ਨਹੀਂ, ਕਿਉਂਕਿ ਕਈ ਜਥੇਬੰਦੀਆਂ, 4-5 ਜਥੇਬੰਦੀਆਂ ਉਹਨਾਂ 'ਚ ਇਹੋ ਜਿਹੀਆਂ ਨੇ ਜਿਹੜੀਆਂ ਵੋਟਾਂ 'ਚ ਹਿੱਸਾ ਨਹੀਂ ਲੈਣ ਦੇ, ਨਾ ਲੈਣ ਦੇ ਪੱਖ 'ਚ, ਤੇ ਜਿਹੜੀਆਂ ਬਾਈਕਾਟ ਤਾਂ ਉਹ ਵੀ ਨਹੀਂ ਕਹਿ ਰਹੀਆਂ, ਪਰ ਉਹ ਵੀ ਇਹ ਕਹਿੰਦੀਆਂ ਨੇ ਵੀ ਸਾਡਾ ਇਹਦੇ ਨਾਲ ਨਹੀਂ ਤਾਲੁਕਾ, ਤਾਂ ਅਸੀਂ ਤਾਂ ਜੀ ਅੰਦੋਲਨ ਹੀ ਕਰਨਾ। ਹੁਣ ਵੱਡਾ ਸਵਾਲ ਇਹ ਵੀ ਆ ਰਿਹਾ ਹੈ, ਜਿਹੜੇ ਦੂਜੇ ਗਰੁੱਪ ਜਿਹੜੇ ਵੋਟਾਂ ਦੇ ਵਿੱਚ ਹਿੱਸੇਦਾਰ ਲੋਕ ਨੇ, ਜਾਂ ਲੋਕ ਕਹਿੰਦੇ ਨੇ ਵੀ ਰਾਜ ਸੱਤਾ ਤਾਂ ਵੋਟਾਂ ਨਾਲ ਹੀ ਬਦਲ ਰਹੀ ਹੈ। ਅਜੇ ਸਾਡੇ ਪਾਰਟੀਆਂ ਜੇ ਬਦਲਣੀਆਂ ਨੇ ਵੋਟਾਂ ਨਾਲ ਹੀ, ਜੇ ਬਾਈਕਾਟ ਹੋ ਜਾਊਗਾ ਤਾਂ ਵੀ ਚਾਹੇ ਥੋੜੇ ਜਿਹੇ ਲੋਕ ਵੋਟ ਪਾ ਦੇਣ ਤਾਂ ਵੀ ਸਰਕਾਰ ਬਣ ਜਾਂਦੀ ਹੈ, ਉਹ ਵੀ 5 ਸਾਲ ਚੱਲਦੀ ਹੈ। ਤੇ ਜੇਕਰ ਇਹਨਾਂ ਚੋਂ ਹੀ ਕਿਸੇ ਨੂੰ ਦੁਬਾਰਾ ਚੁਣਨਾ ਹੈ ਤਾਂ ਅੰਦੋਲਨ ਦਾ ਓਡਾ ਵੱਡਾ ਪ੍ਰਭਾਵ ਦਿਖਾਈ ਨਹੀਂ ਦਊਗਾ। ਅੰਦੋਲਨ ਦਾ ਪ੍ਰਭਾਵ ਸਿਆਸਤ ਤੇ ਪੈਣਾ ਚਾਹੀਦਾ ਹੈ, ਇਹ ਵੀ ਇੱਕ ਗੱਲ ਹੈ। ਤੇ ਇਸ ਕਰਕੇ ਜਥੇਬੰਦੀਆਂ ਦੇ ਅੰਦਰੋਂ ਵੀ ਤੇ ਬਾਹਰ ਲੋਕਾਂ ਦਾ ਇੱਕ ਮਾਹੌਲ, ਇਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ, ਖਾਸ ਤੌਰ ਤੇ ਸੰਯੁਕਤ ਮੋਰਚਾ ਛੱਡ ਦਿਓ ਕਿਉਂਕਿ ਉਹ ਦੇਸ਼ ਦਾ ਮਾਮਲਾ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਉੱਤੇ ਜਿਹੜੀਆਂ ਇੱਕ ਉਹਨਾਂ ਦਾ ਆਪਣਾ ਗੱਠਜੋੜ ਹੈ, ਉਹ ਤੇ ਦਬਾਅ ਜ਼ਰੂਰ ਹੈ ਕਿ ਤੁਸੀਂ ਕੋਈ ਫੈਸਲਾ ਕਰੋ। ਹੁਣ ਇਹ ਜਿਹੜੀ ਇਹ ਐਂਗਲ ਹੈ, ਇਹ ਉਮੀਦ ਹੈ ਲੋਕਾਂ ਦੀ, ਇਹ ਲੀਡਰਸ਼ਿਪ ਦੇ ਬੋਝ ਵੀ ਬਹੁਤ ਵੱਡਾ ਹੈ ਤੇ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਅੱਜ ਨਹੀਂ ਤਾਂ ਕੱਲ, 2-4 ਮਹੀਨੇ ਠਹਿਰ ਕੇ ਲੈਣਾ ਹੀ ਪੈਣਾ। ਕੋਈ ਫੈਸਲਾ ਤਾਂ ਆਊਗਾ ਹੀ। ਇਹ ਅੰਦੋਲਨ ਇਹਨਾਂ ਨਤੀਜਿਆਂ ਨੂੰ ਵੀ ਪ੍ਰਭਾਵਿਤ ਕਰੂਗਾ ਔਰ ਕਰਨਾ ਚਾਹੀਦਾ ਲੋਕਾਂ ਨੂੰ ਲੱਗਦਾ, ਜਿਹੜੇ ਪੰਜਾਬ ਦੇ ਚੋਣ ਨਤੀਜੇ ਹੋਣਗੇ। ਕਿੰਨਾ ਪ੍ਰਭਾਵਿਤ ਕਰੇਗਾ ਕਿ ਵਾਕਈ ਇੱਕ ਅਲਟਰਨੇਟਿਵ, ਇੱਕ ਨਵੀਂ ਪਾਰਟੀ ਬਣ ਕੇ, ਨਵਾਂ ਮੰਚ ਬਣ ਕੇ ਇਹ ਸਾਰੀਆਂ ਧਿਰਾਂ ਨੂੰ ਸੱਤਾ ਤੋਂ ਬਾਹਰ ਕਰ ਦੇਗਾ, ਫਿਰ ਤਾਂ ਇੱਕ ਬਿਲਕੁਲ ਹੀ ਇੱਕ ਵਿਲੱਖਣ ਗੱਲ, ਅਲੱਗ ਟਾਈਪ ਦੀ ਗੱਲ ਹੋਵੇ। ਦੂਜੀ ਗੱਲ ਇਹ ਹੈ ਕਿ ਕੀ ਇੱਥੋਂ ਹੋਰ ਕੋਈ ਤਰੀਕਾ ਅਪਣਾਇਆ ਜਾਏਗਾ? ਜਿਵੇਂ ਸਵਾਲ ਹਰ ਇੱਕ ਨੂੰ ਕਰਨੇ ਨੇ, ਬਾਕੀ ਚੀਜ਼ਾਂ ਨੇ, ਸਿਆਸਤ ਤਾਂ ਬਦਲ ਰਹੀ ਹੈ, ਉਹਦੇ ਨਾਲ ਵੀ ਬਦਲ ਰਹੀ ਹੈ ਜਦੋਂ ਸਭ ਦਾ ਘਰਾਓ ਹੋ ਰਿਹਾ ਹੈ, ਪਰ ਲੋਕਾਂ ਦੀ ਤਮੰਨਾ ਉਦੋਂ ਵੱਡੀ ਮਤਲਬ ਤਬਦੀਲੀ ਦੇ ਪੱਖ ਦੇ ਵਿੱਚ ਹੈਗੀ ਹੈ। ਔਰ ਇਹ ਕਿਸਾਨ ਮੋਰਚੇ ਦੀ ਇੱਕ ਗੱਲ ਵਾਜਬ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਫੁੱਟ ਦੀ ਕੀਮਤ ਤੇ ਉੱਤੇ ਉਹ ਡਾਇਰੈਕਟ
ਚੋਣਾਂ 'ਚ ਹਿੱਸਾ ਨਹੀਂ ਲੈਣਗੇ, ਫਿਲਹਾਲ ਉਹਨਾਂ ਨੂੰ ਇਹ ਲੱਗਦਾ। ਜੇ ਬਿਲਕੁਲ ਕੋਈ ਉਦੋਂ ਪਹਿਲਾਂ ਸਮਝੌਤਾ ਹੋ ਜਾਂਦਾ ਹੈ ਤਾਂ ਵਾਕਈ ਕੋਈ ਨਾ ਕੋਈ ਮੰਚ ਆਏਗਾ ਤੇ ਕੋਈ ਨਾ ਕੋਈ ਗਰੁੱਪ ਵੱਡਾ ਵੱਖਰਾ ਆਏਗਾ। ਉਹ ਸਾਰੀਆਂ ਦਾ ਨਹੀਂ ਤਾਂ ਕੁਝ ਦਾ ਮਿਲ ਕੇ ਆ ਜਾਊਗਾ, ਤਾਂ ਲਾਜ਼ਮੀ ਹੈ ਇੱਕ ਧਿਰ ਹੋਰ ਆਏਗੀ ਪੰਜਾਬ ਦੇ ਵਿੱਚ, ਔਰ ਬਿਲਕੁਲ ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਠੀਕ ਹੈ, ਇੱਕ ਡਿਬੇਟ ਹੋਣੀ ਚਾਹੀਦੀ ਹੈ, ਚਰਚਾ ਚੱਲਣੀ ਚਾਹੀਦੀ ਹੈ। ਹਜੇ ਚਰਚਾ ਦਾ ਹੀ ਮਾਹੌਲ ਹੈ, ਲੋਕਾਂ ਦਾ ਮਨ ਬਦਲਣਾ ਚਾਹੀਦਾ। ਜੇ ਪੰਜਾਬ ਦੇ ਲੋਕਾਂ ਦਾ ਐਡਾ ਵੱਡਾ ਹੀ ਪ੍ਰੈਸ਼ਰ ਆ ਗਿਆ ਹੌਲੀ ਹੌਲੀ ਕਰਕੇ ਕਿ ਜੀ ਅਸੀਂ ਤਾਂ ਬੰਦੇ ਖੜੇ ਕਰਦੇ ਆ, ਨਹੀਂ ਤੁਹਾਡੇ ਨਾਂ ਤੇ, ਨਹੀਂ ਤਾਂ ਤੁਸੀਂ ਕਰੋ, ਤਾਂ ਮੋਰਚਾ ਉਸ ਤਰ੍ਹਾਂ ਸੋਚੇਗਾ। ਮੋਰਚਾ ਹੁਣ ਵੀ ਜਿਹੜਾ ਕੰਮ ਕਰ ਰਿਹਾ ਉਹ ਲੋਕਾਂ ਦੀ ਰਾਏ ਨਾਲ ਕਰ ਰਿਹਾ, ਔਰ ਜੇ 32 ਜਥੇਬੰਦੀਆਂ ਵੀ ਇਕੱਠੀਆਂ ਨੇ, ਇਹ 'ਚ ਬਹੁਤ ਬੜਾ ਹਿੱਸਾ ਲੋਕਾਂ ਦੇ ਜਜ਼ਬਾਤ ਦਾ, ਔਰ ਉਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਇਕੱਠਾ ਦੇਖਣਾ ਚਾਹੁੰਦੇ ਹਾਂ। ਜਿੱਥੇ ਉਹਨਾਂ ਦੀ ਆਪਣੀ ਟ੍ਰੇਨਿੰਗ ਹੋਈ ਹੈ ਵੀ ਅਸੀਂ ਇਕੱਠੇ ਕਿਵੇਂ ਰਹਿਣਾ, ਸਮੱਸਿਆਵਾਂ ਕਿਵੇਂ ਹੱਲ ਕਰਨੀਆਂ ਨੇ, ਉੱਥੇ ਲੋਕਾਂ ਦਾ ਪ੍ਰੈਸ਼ਰ ਵੀ ਹੈ। ਇਸੇ ਤਰ੍ਹਾਂ ਸਿਆਸੀ ਤੌਰ ਤੇ ਵੀ ਲੋਕਾਂ ਦਾ ਪ੍ਰੈਸ਼ਰ ਅਜੇ ਖੜਾ ਹੋਇਆ ਹੈ। ਲੋਕ ਆਪਣੇ ਤਰੀਕੇ ਨਾਲ ਕੋਈ ਜਿਹੜਾ ਬਦਲਾਅ ਚਾਹੁੰਦੇ ਨੇ, ਔਰ ਜਥੇਬੰਦੀਆਂ ਵੀ ਗੰਭੀਰਤਾ ਨਾਲ ਆਪਣੀਆਂ ਆਪੋ ਆਪਣੇ ਅੰਦਰ ਵੀ ਤੇ ਆਲੇ ਦੁਆਲੇ ਵੀ ਵਿਚਾਰ ਕਰਨਗੀਆਂ, ਔਰ ਕਰਕੇ ਕੋਈ ਨਾ ਕੋਈ ਉਹੋ ਜਿਹਾ ਫੈਸਲਾ ਲੈਣਗੇ। ਕਿਉਂਕਿ ਜਿਹੜੇ ਬੰਦੇ ਨੇ ਫੈਸਲਾ ਲੈਣਾ ਹੁੰਦਾ ਨਾ, ਉਹਦੇ ਲਈ ਤੰਗੀ ਬਹੁਤ ਹੁੰਦੀ ਹੈ। ਜਿਹਨੇ ਬਾਹਰ ਬੈਠ ਕੇ ਰਾਏ ਦੇਣੀ ਹੁੰਦੀ ਹੈ, ਉਹਦੇ ਲਈ ਸ਼ਾਇਦ ਉਹਦਾ ਮਾਮਲਾ ਨਹੀਂ ਹੁੰਦਾ, ਕਿਉਂਕਿ ਉਹਦੀ ਜਵਾਬਦੇਹੀ ਨਹੀਂ ਓਡੀ ਵੱਡੀ ਹੁੰਦੀ। ਇਸ ਲਈ ਉਹਨਾਂ ਦੀ ਵਿਜ਼ਡਮ ਤੇ ਉਹਨਾਂ ਦੀ ਸਿਆਣਪ ਤੇ ਗੱਲ ਛੱਡ ਦੇਣੀ ਚਾਹੀਦੀ। ਬਿਲਕੁਲ ਬਿਲਕੁਲ ਹਮੀਰ ਸਿੰਘ ਜੀ, ਕੀ ਆ ਕਿ ਬੀਜੇਪੀ ਦੇ ਉੱਤੇ ਜਿਸ ਤਰ੍ਹਾਂ ਦਾ ਪ੍ਰੈਸ਼ਰ ਹੈ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਜੇ ਕਿਸਾਨ ਸਿਆਸਤ ਦੇ ਵਿੱਚ ਆਉਣਗੇ, ਜਿਵੇਂ ਉਹ ਖੁੱਲ੍ਹੇਆਮ ਕਹਿੰਦੇ ਨੇ ਕਿ ਅਸੀਂ ਚੁਣੌਤੀ ਦਿੰਦੇ ਆ, ਕਿਸਾਨ ਆਉਣ ਸਿਆਸਤ ਦੇ ਵਿੱਚ, ਅਸੀਂ ਵੀ ਦੇਖ ਲਵਾਂਗੇ। ਇਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਜੇ ਕਿਸਾਨ ਸਿਆਸਤ 'ਚ ਆਉਣਗੇ ਤਾਂ ਅਸੀਂ ਉਹ ਸਵਾਲ ਉਭਾਰਾਂਗੇ ਕਿ ਦੇਖੋ ਇਹ ਤਾਂ ਸਿਆਸਤ ਕਰਨਾ ਚਾਹੁੰਦੇ ਸੀ, ਤੇ ਜੇ ਕਿਸਾਨ ਸਿਆਸਤ ਦੇ ਵਿੱਚ ਨਹੀਂ ਆਉਂਦੇ ਤਾਂ ਕੀ ਇਸ ਨੂੰ ਮਤਲਬ ਕਿ ਅੰਦੋਲਨ ਨੂੰ ਬੀਜੇਪੀ ਵੱਲੋਂ ਹੀ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਕਿ ਅੱਗੇ ਯੂਪੀ ਤੇ ਪੰਜਾਬ ਦੀਆਂ ਚੋਣਾਂ ਜਾਂ ਹੋਰਨਾਂ ਸੂਬਿਆਂ ਚੋਣਾਂ ਹੋਣਗੀਆਂ ਤਾਂ ਇਹਦੇ ਨਾਲ ਇੱਕ ਲੋਕਾਂ ਦੇ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਜੇ ਕਿਸਾਨ ਚੋਣ ਮੈਦਾਨ ਵਿੱਚ ਆਉਂਦੇ ਨੇ ਤਾਂ ਅਸੀਂ ਲੋਕਾਂ ਨੂੰ ਇਹ ਗੱਲ ਕਵਾਂਗੇ ਕਿ ਸਿਆਸੀ ਤੌਰ ਦੇ ਉੱਤੇ ਆਉਣਾ ਚਾਹੁੰਦੇ ਸੀ, ਕਿ ਦੇਖੋ ਉਹੀ ਗੱਲ ਕਰਤੀ। ਜੇ ਚੋਣ ਮੈਦਾਨ ਦੇ ਵਿੱਚ ਨਹੀਂ ਆਉਂਦੇ ਤਾਂ ਵੀ ਜਿਹੜਾ ਉਹ ਇਸ ਨੂੰ ਇਸੇ ਤਰ੍ਹਾਂ ਲਮਕਾ ਕੇ ਰੱਖਿਆ ਜਾਵੇ ਤਾਂ ਕਿ ਚੋਣਾਂ ਦੇ ਨਤੀਜੇ ਆਉਣ, ਉਸ ਤੋਂ ਬਾਅਦ ਗੱਲ ਕੀਤੀ ਜਾਵੇ ਕਿ ਕਿਸਾਨਾਂ ਦੇ ਮੁੱਦੇ ਦਾ ਕੀ ਕਰਨਾ। ਦੇਖੋ, ਤਾਂ ਬੀਜੇਪੀ ਜਾਂ ਕਿਸੇ ਸਿਆਸੀ ਪਾਰਟੀ ਦੀ ਜਗੀਰ ਥੋੜੀ ਹੈ ਸਿਆਸਤ। ਸਿਆਸਤ ਹਰ ਬੰਦੇ ਦਾ ਰਾਈਟ ਹੈ, ਹੱਕ ਹੈ। ਕੋਈ ਵੀ ਸਿਆਸਤ ਕਰੂਗਾ ਔਰ ਕਰਨੀ ਚਾਹੀਦੀ ਹੈ, ਇਹਦੇ 'ਚ ਕੋਈ ਰਾਇਆ ਨਹੀਂ। ਮੈਂ ਤਾਂ ਪਹਿਲੇ ਕਿਹਾ ਕਿ ਸਿਆਸਤ ਤਾਂ ਹੋ ਰਹੀ ਹੈ, ਸਿਆਸਤ ਵੋਟ ਦੀ ਨਹੀਂ ਹੋ ਰਹੀ, ਸਿਆਸਤ ਲੋਕਾਂ ਦੀ ਤਾਂ ਹੋ ਰਹੀ ਹੈ ਪਹਿਲੇ ਹੀ। ਜਿਹੜੀ ਸਿਆਸਤ ਪਾਰਟੀਆਂ ਨਹੀਂ ਕਰ ਰਹੀਆਂ ਉਹ ਸਿਆਸਤ ਕਿਸਾਨ ਜਾਂ ਬਾਕੀ ਮਜ਼ਦੂਰ ਜਾਂ ਬਾਕੀ ਅੰਦੋਲਨ ਕਰ ਰਿਹਾ। ਹਾਲਾਂਕਿ ਉਹਨਾਂ ਪਾਰਟੀਆਂ ਨੂੰ ਇਹ ਸਿਆਸਤ ਕਰਨੀ ਚਾਹੀਦੀ ਸੀ। ਦੂਜੀ ਗੱਲ ਇਹ ਹੈ ਕਿ ਜਿਹੜਾ ਉਹਨਾਂ ਦਾ ਖੇਮ ਹੈ, ਤੁਸੀਂ, ਮੈਨੂੰ ਤਾਂ ਇੱਕ ਹੈਰਾਨੀਜਨਕ ਗੱਲ ਨਜ਼ਰ ਆਉਂਦੀ ਹੈ ਕਿ ਬੀਜੇਪੀ ਹੋਵੇ ਜਾਂ ਦੂਜੀ ਪਾਰਟੀ, ਉਹ ਸਭ ਕਹਿੰਦੀਆਂ ਨੇ ਤੁਸੀਂ ਸਿਆਸਤ ਨਾ ਜੀ ਕਰੋ। ਜਦੋਂ ਉਹਨਾਂ 'ਚ ਵੀ ਕੋਈ ਪੰਗਾ ਪੈਂਦਾ, ਪਾਰਲੀਮੈਂਟ 'ਚ ਵੀ ਬਹਿਸ ਹੁੰਦੀ ਹੈ, ਅਸੈਂਬਲੀ 'ਚ ਵੀ, ਤੁਸੀਂ ਸਿਆਸਤ ਕਰ ਰਹੇ ਹੋ। ਹੋਰ ਤੁਸੀਂ ਉੱਥੇ ਕੀ ਕਰਨ ਗਏ ਹੋ? ਗਊਆਂ ਪੁੰਨ ਕਰਨ ਲਈ ਜਾ ਰਹੇ ਹੋ, ਸਿਆਸਤ ਕਰਨ ਲਈ ਜਾ ਰਹੇ ਹੋ। ਸਿਆਸਤ ਕੋਈ ਬੁਰੀ ਚੀਜ਼ ਹੈ। ਸਿਆਸਤ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੇ ਰਸਤੇ ਤੱਕ ਲੈ ਜਾਂਦੀ ਹੈ ਜਜ਼ਬਾਤਾਂ ਦੇ ਤੌਰ ਤੇ। ਸਿਆਸਤ ਸਿਸਟਮ ਚਲਾਉਣ ਤੇ ਸਿਸਟਮ ਬਦਲਣ ਦਾ ਨਾਂ ਹੈ। ਸਿਆਸਤ ਕਰਤਾਰ ਸਰਾਭਾ ਪੈਦਾ ਕਰਦੀ ਹੈ, ਸਿਆਸਤ ਗਦਰੀ ਬਾਬੇ ਪੈਦਾ ਕਰਦੀ ਹੈ ਜਿਹੜੇ ਪਾਰਟੀ ਬਣਾ ਕੇ ਆਉਂਦੇ ਨੇ ਸਾਡੇ ਦੇਸ਼ 'ਚ ਇਸ ਲੈਵਲ ਦਾ। ਇਹਦਾ ਮਤਲਬ ਉਹ ਗੁਨਾਹ ਥੋੜੀ ਹੋ ਗਈ ਹੈ। ਜੇ ਤੁਸੀਂ ਕਹਿੰਦੇ ਹੋ ਅੱਜ ਦੀ ਸਿਆਸਤ ਗੰਦੇ ਬੰਦਿਆਂ ਦੀ ਸਿਆਸਤ ਬਣ ਗਈ ਹੈ, ਤਾਂ ਤੁਸੀਂ ਮੰਨ ਕੇ ਚੱਲਦੇ ਹੋ ਗੰਦੇ ਬੰਦੇ ਨੇ। ਤੇ ਜੇ ਗੰਦੇ ਬੰਦੇ ਨੇ ਤਾਂ ਗੰਦਿਆਂ ਨੂੰ ਵਾਰ-ਵਾਰ ਸਿਆਸਤ ਕਰਨ ਦਾ ਕਿਉਂ ਹੱਕ ਦਿੱਤਾ ਜਾਵੇ? ਤਾਂ ਉਹਨਾਂ ਨੂੰ ਤਾਂ ਲਾਉਣਾ ਚਾਹੀਦਾ ਉਹਦੇ ਤੋਂ। ਸਿਆਸਤ ਤਾਂ ਚੰਗੇ ਭਲੇ ਮਨੁੱਖਾਂ ਦਾ ਕੰਮ ਹੈ ਜਿਹੜੇ ਤਿਆਗ ਤੇ ਕੁਰਬਾਨੀ ਕਰਕੇ ਆਉਣ। ਤਾਂ ਉਹੀ ਬੰਦਾ ਬਾਰ-ਬਾਰ ਕਹਿ ਰਿਹਾ ਤੁਸੀਂ ਸਾਡੇ 'ਚ ਨਾ ਆਇਓ, ਇਹ ਗੰਦਗੀ ਹੈ। ਤਾਂ ਗੰਦਗੀ ਦੇ ਵਿੱਚ ਤੁਹਾਨੂੰ ਕਿਉਂ ਰੱਖਿਆ ਜਾਏ? ਤੁਸੀਂ ਵੀ ਬਾਹਰ ਨਿਕਲੋ ਤੇ ਲੋਕਾਂ ਨੂੰ। ਅਗਲੀ ਗੱਲ, ਜਿਹੜਾ ਉਹ ਕਹਿੰਦੇ ਨੇ ਲੋਕਾਂ ਕੋਲ ਜਾ ਕੇ ਕਹਾਂਗੇ ਤਾਂ ਸਿਆਸਤ ਕਰਨ ਆਏ ਸੀ। ਲੋਕ ਹੀ ਤਾਂ ਕਹਿ ਰਹੇ ਨੇ, ਉਹਨਾਂ ਤੇ ਦਬਾਅ ਪਾ ਰਹੇ ਨੇ ਕਿ ਤੁਸੀਂ ਆਓ, ਇਦੋਂ ਬਿਨਾਂ ਚਾਰਾ ਨਹੀਂ। ਤੁਸੀਂ ਕਿਹੜੇ ਲੋਕਾਂ ਕੋਲ ਜਾ ਕੇ ਕਹੋ? ਉਹੀ ਲੋਕ ਬੁਲਾ ਰਹੇ ਨੇ ਕਿ ਆਪਾਂ ਕਿੰਨਾ ਚਿਰ ਧਰਨੇ ਇਕੱਲੇ ਲਾਉਣੇ ਨੇ, ਕਿੰਨਾ ਚਿਰ ਕੱਲੀਆਂ ਡਾਂਗਾ ਖਾਣੀਆਂ ਨੇ, ਆਪਾਂ ਸੱਤਾ ਕਿਉਂ ਨਹੀਂ ਬਦਲ ਦਿੰਦੇ, ਆਪਣੇ ਤਰੀਕੇ ਨਾਲ ਕਿਉਂ ਨਹੀਂ ਚੱਲਦੇ। ਜਦੋਂ ਉਹ ਹੁਕਮਰਾਨ ਇੰਨਾ ਨਿਰਦਈ ਹੋ ਗਿਆ ਕਿ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ, ਪੌਣੇ 8 ਮਹੀਨਿਆਂ ਤੋਂ ਬੈਠੇ ਬੰਦੇ ਠੰਡਾਂ ਦੇ ਵਿੱਚ ਤੇ ਬਰਸਾਤਾਂ ਦੇ ਵਿੱਚ ਤੇ ਗਰਮੀ ਦੇ ਵਿੱਚ ਬੈਠੇ ਹੋਏ ਨੇ, ਤੁਸੀਂ ਬਿਲਕੁਲ ਹੀ ਉਹਦੀ ਗੱਲ ਸੁਣਨ ਲਈ ਤਿਆਰ ਨਹੀਂ, ਗੈਰ ਸੰਵੇਦਨਸ਼ੀਲ ਹੋ ਚੁੱਕੇ ਹੋ। ਤੇ ਉਦੋਂ ਬਾਅਦ ਲੋਕਾਂ ਦੀ ਮੰਗ ਸੁਭਾਵਿਕ ਪੈਦਾ ਹੁੰਦੀ ਹੈ ਕਿ ਇਹਨਾਂ ਬੰਦਿਆਂ ਨੂੰ ਫੜ ਕੇ ਲਾਹੋ। ਇਹ ਬੰਦੇ ਨਹੀਂ ਸਾਨੂੰ ਚਾਹੀਦੇ, ਸਾਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਸਾਡੀ ਜ਼ਿੰਦਗੀ ਲਈ ਲੜ ਰਹੇ ਨੇ ਸਿਆਸਤ ਦੇ ਵਿੱਚ। ਤਾਂ ਮੰਗ ਹੀ ਲੋਕਾਂ ਦੀ ਹੈ, ਜਥੇਬੰਦੀਆਂ ਦੀ ਤਾਂ ਮੰਗ ਹੈ ਨਹੀਂ। ਔਰ ਇਸ ਕਰਕੇ ਇਹਦਾ ਕੋਈ ਬਰਤਾਨ ਦੇ ਕੋਈ ਮਾਨੇ ਨਹੀਂ। ਕੋਈ ਕਹੂਗਾ ਵੀ ਦੇਖੋ ਜੀ ਇਹ ਤਾਂ ਸਿਆਸਤ ਕਰਨ ਆਏ ਸੀ। ਬਿਲਕੁਲ ਉਹ ਸਿਆਸਤ ਇਹ ਕਰਨ ਆਏ ਸੀ ਕਿ ਅਸੀਂ ਅੰਦੋਲਨ ਦੀ ਸਿਆਸਤ ਕਰਾਂਗੇ, ਅਸੀਂ ਚੋਣ ਨਹੀਂ ਲੜਾਂਗੇ।
ਪਰ ਹਾਲਾਤ ਜਦੋਂ ਇਹ ਪੈਦਾ ਹੋ ਜਾਂਦੇ ਨੇ ਕਿ ਚੋਣ ਲੜੇ ਬਿਨਾਂ ਵੀ ਕੋਈ ਫਾਇਦਾ ਨਹੀਂ ਹੈ, ਤਾਂ ਉਦੋਂ ਬਾਅਦ ਲੋਕ ਬਦਲਦੇ ਨੇ। ਅੰਨਾ ਹਜ਼ਾਰੇ ਦੀ ਮੂਵਮੈਂਟ ਤਾਂ ਇਦੋਂ ਐਡੀ ਵੱਡੀ ਮੂਵਮੈਂਟ ਨਹੀਂ ਸੀ, ਔਰ ਉਹ ਮੂਵਮੈਂਟ ਦੇ ਵਿੱਚ ਤਾਂ ਮੀਡੀਆ ਦੀਆਂ ਤੋਪਾਂ ਜਿਹੜੀਆਂ ਨੈਸ਼ਨਲ ਮੀਡੀਆ ਸੀ, ਔਰ ਉਹ ਮਹੀਨਿਆਂ ਬੱਧੀ ਸਾਰੇ ਚੈਨਲ 24 ਘੰਟੇ ਲਾਈਵ ਉਸ ਗਰਾਊਂਡ ਚੋਂ ਕਰਦੇ ਰਹੇ, ਰਾਮਲੀਲਾ ਗਰਾਊਂਡ ਦੇ ਵਿੱਚੋਂ, ਜਿਹਨੇ ਉਹ ਪੈਦਾ ਕੀਤੀ ਮੂਵਮੈਂਟ। ਇਹ ਲੋਕਾਂ ਦੀ ਆਪਣੇ ਜ਼ੋਰ ਤੇ ਨੈਸ਼ਨਲ ਮੀਡੀਆ ਦੇ ਖਿਲਾਫ, ਉਹਦੇ ਜ਼ੋਰ ਲਾਉਣ ਦੇ ਵੀ ਖਿਲਾਫ ਖੜੀ ਹੋਈ ਮੂਵਮੈਂਟ ਹੈ। ਇਹਨੇ ਦੁਨੀਆ ਪੱਧਰ ਤੇ ਸਿਸਟਮ ਨੂੰ ਹਿਲਾਇਆ ਤੇ ਦੁਨੀਆ ਪੱਧਰ ਤੇ ਲੋਕਾਂ ਦਾ ਧਿਆਨ ਖਿੱਚਿਆ ਤੇ ਪੂਰੇ ਦੇਸ਼ ਤੇ ਸਮਾਜ ਦੇ ਵਿੱਚ, ਖਾਸ ਤੌਰ ਤੇ ਪੰਜਾਬ ਤੋਂ ਸ਼ੁਰੂ ਹੋਈ ਮੂਵਮੈਂਟ ਸਾਡੇ ਸਾਹਮਣੇ ਇੱਕ ਤਬਦੀਲੀ ਦੀ ਮੂਵਮੈਂਟ ਨਜ਼ਰ ਆ ਰਹੀ ਹੈ। ਦੁਨੀਆ ਇਹਦੇ ਚੋਂ ਆਪਣਾ ਭਵਿੱਖ ਦੇਖ ਰਹੀ ਹੈ ਕਿ ਇਸ ਤਰੀਕੇ ਦੀ ਇੱਕ ਲੜਾਈ ਲੜੀ ਗਈ ਹੈ, ਔਰ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਹੈ। ਬਾਕੀ ਦੇਸ਼ਾਂ ਨੂੰ ਵੀ ਲੜਨੀ ਚਾਹੀਦੀ ਹੈ, ਬਾਕੀ ਦੇਸ਼ਾਂ ਦੇ ਕਾਮਿਆਂ ਨੂੰ। ਔਰ ਜਦੋਂ ਉਹ ਐਡੀ ਵੱਡੀ ਮੂਵਮੈਂਟ ਹੈ ਤਾਂ ਉਹਦੇ 'ਚ ਕੀ ਗੱਲ ਕਰਕੇ ਆਉਂਦਾ ਕੇਜਰੀਵਾਲ ਤਾਂ ਬਹੁਤ ਛੋਟੀ ਲੜਾਈ ਲੜ ਕੇ ਆਇਆ ਤੇ 19 ਚੋਂ ਉਹਨੇ ਕਹਿਤਾ ਕਿ ਜੀ ਇਹ ਗੰਦੀ ਹੈ ਸਿਆਸਤ, ਤਾਂ ਅੰਦਰ ਗੰਦ ਵੜ ਕੇ ਹੀ ਹੁੰਜਣਾ ਪਏਗਾ ਤੇ ਇਸ ਲਈ ਸਿਆਸਤ ਜ਼ਰੂਰੀ ਹੈ। ਅੰਨਾ ਹਜ਼ਾਰੇ ਦੀ ਸਟੇਜ ਤੇ ਵੀ ਤੁਹਾਡੇ ਯਾਦ ਹੋਏਗਾ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਲੀਡਰ ਤੇ ਬੋਲਣ ਤੇ ਪਾਬੰਦੀ ਸੀ। ਉਹਨਾਂ ਨੇ ਵੀ ਵਰਤਾਂਤ ਤੇ ਸਿਰਜਿਆ ਸੀ ਹਮੇਸ਼ਾ ਹੀ ਕਿ ਅਸੀਂ ਬਿਲਕੁਲ ਹੀ ਕਿਸੇ ਸਿਆਸਤ ਨਾਲ ਨਾਤਾ ਨਹੀਂ ਸਾਡਾ, ਇਹ ਤਾਂ ਕੱਲੀ ਐਂਟੀ ਕਰਪਸ਼ਨ ਦਾ ਸਵਾਲ ਹੈ, ਕੱਲੀ ਇੱਕ ਗੱਲ ਤੇ ਮੂਵਮੈਂਟ ਹੈ, ਸਾਡਾ ਲਾਗਾ ਦੇਗਾ ਨਹੀਂ ਹੈ। ਪਰ ਉਦੋਂ ਬਾਅਦ ਉਹ ਆਇਆ ਤੇ ਆ ਕੇ ਵਿੱਚੋਂ ਵਿਰੋਧ ਵੀ ਹੋਇਆ। ਅੰਨਾ ਹਜ਼ਾਰੇ ਵੀ ਚਲਾ ਗਿਆ, ਮੈਂ ਨਹੀਂ ਤੇਰੇ ਨਾਲ ਸਹਿਮਤ, ਕਿਰਨ ਬੇਦੀ ਚਲੀ ਗਈ, ਮੈਂ ਨਹੀਂ ਤੇਰੇ ਨਾਲ ਸਹਿਮਤ, ਕਈ ਵੱਡੇ ਬੰਦੇ ਚ ਹੋਰ ਜਿਹੜੇ ਇਹਨਾਂ ਦੇ ਨਾਲ ਸੀ। ਪਰ ਲੋਕਾਂ ਦੀ ਤਮੰਨਾ ਕੀ ਸੀ? ਲੋਕਾਂ ਨੇ ਵੋਟਾਂ ਪਾਈਆਂ, ਦਿੱਲੀ ਦੇ ਵਿੱਚ ਪਹਿਲੀ ਵਾਰ ਇਹ ਸਰਕਾਰ ਬਣਾਤੀ, ਪੰਜਾਬ ਚੋਂ 4 MP ਬਣਾ ਕੇ ਭੇਜਤੇ ਪਹਿਲੀ ਵਾਰ ਹੀ। ਔਰ ਹਾਲਾਂਕਿ ਆਪ ਨੂੰ ਹਿੰਦੁਸਤਾਨ ਚੋਂ ਹੰਗਾਰਾ ਨਹੀਂ ਮਿਲਿਆ, ਬਾਕੀ ਚੋਂ 432 ਸੀਟਾਂ ਲੜੀਆਂ, 18 ਤੇ ਜ਼ਮਾਨਤ ਬਚੀ ਸੀ। ਉਹ ਚ ਮੈਜੋਰਟੀ ਪੰਜਾਬ ਵੀ ਸੀ ਜਾਂ ਦਿੱਲੀ ਸੀ, ਕੇਵਲ ਇੱਕ ਸੀਟ ਬਾਹਰਲੀ ਸੀ ਮਹਾਰਾਸ਼ਟਰ ਦੇ ਵਿੱਚ ਜਿੱਥੋਂ ਜ਼ਮਾਨਤ ਬਚੀ ਸੀ, ਬਾਕੀ ਕਿਤੇ ਜ਼ਮਾਨਤ ਨਹੀਂ ਬਚੀ। ਪਰ ਇਹ ਅੰਦੋਲਨ ਤਾਂ ਉਦੋਂ ਆਪਣੀ ਮਿੱਟੀ ਦਾ ਪੈਦਾ ਹੋਇਆ ਅੰਦੋਲਨ ਹੈ, ਲੋਕਾਂ ਦੇ ਆਪਣੇ ਲੀਡਰ ਪੈਦਾ ਹੋ ਰਹੇ ਨੇ, ਕੋਈ ਸੁਭਾਵਿਕ ਤਰੀਕੇ ਐ ਨਹੀਂ ਆ ਗਏ। ਕਿਸਾਨ ਅੰਦੋਲਨ ਚੋਂ ਪੈਦਾ ਹੋਏ ਲੀਡਰ ਜਾਂ ਲੋਕ 40-40 ਸਾਲ ਲੋਕਾਂ ਦੇ ਲੇਖੇ ਲਾ ਕੇ ਇੱਕ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਕੱਲਾ ਇਹ ਮੀਡੀਆ ਦੀ ਕ੍ਰੀਏਸ਼ਨ ਅੰਦੋਲਨ ਨਹੀਂ ਹੈ, ਕੱਲਾ ਇਹ ਕਾਰਪੋਰੇਟ RSS ਦੀ ਕ੍ਰੀਏਸ਼ਨ ਦੇ ਤੌਰ ਤੇ ਅੰਦੋਲਨ ਨਹੀਂ ਹੈ, ਇਹ ਲੋਕਾਂ ਦੇ ਜਜ਼ਬਾਤਾਂ ਦਾ, ਲੋਕਾਂ ਦੇ ਦਿਲਾਂ ਦੇ ਰੂਹ ਤੋਂ ਪੈਦਾ ਹੋਇਆ ਅੰਦੋਲਨ ਹੈ, ਇਹ ਹੋਂਦ ਦਾ ਅੰਦੋਲਨ ਹੈ। ਇਸ ਕਰਕੇ ਇਹਦੇ ਤੇ ਇਹ ਗੱਲ ਚੱਲੇ, ਇਹ ਡਰ ਵੀ ਕੱਢ ਦੇਣਾ ਚਾਹੀਦਾ, ਕੋਈ ਮੈਨੂੰ ਕੋਈ ਸਿਆਸਤ ਕਰਨ ਆਏ ਸੀ, ਇਹ ਕੋਈ ਡਰ ਦੀ ਗੱਲ ਨਹੀਂ ਹੈ, ਕਿਉਂਕਿ ਲੋਕ ਚਾਹੁੰਦੇ ਨੇ ਕਿ ਇਹੀ ਜਿਹੀ ਸਿਆਸਤ ਹੋਣੀ ਚਾਹੀਦੀ ਹੈ, ਜਿਹੜੀ ਸਿਆਸਤ ਦੇ ਵਿੱਚ ਨੰਗੇ ਧੜ ਲੜਨ ਵਾਲੇ ਲੋਕ ਜਿੱਥੇ ਸਿਆਸਤ ਨਾਲ ਟੱਕਰ ਲੈ ਸਕਦੇ ਨੇ ਤਾਂ ਉਹ ਸਿਆਸੀ ਕੁਰਸੀ ਤੇ ਵੀ ਬੈਠਣੇ ਚਾਹੀਦੇ ਨੇ, ਕੋਈ ਗੁਨਾਹ ਨਹੀਂ ਹੈ ਇਹ। ਇਸ ਲਈ ਇਸ ਵਰਤਾਂਤ ਦੇ ਵਿੱਚ ਇਹ ਅੰਦਰਲਾ ਪਾਲਾ ਸਿਆਸੀ ਪਾਰਟੀਆਂ ਦਾ, ਜਿਹੜੀਆਂ ਇਹ ਵਰਤਾਂਤ ਉਭਾਰ ਰਹੀਆਂ ਨੇ ਵੀ ਕਿਤੇ ਉਹ ਆ ਹੀ ਨਾ ਜਾਣ, ਕਿਤੇ ਇਹੋ ਜਿਹਾ ਫੈਸਲਾ ਨਾ ਹੋ ਜੇ, ਉਹ ਕਹਿਣਗੇ ਫਿਰ ਸਾਡਾ ਕੀ ਬਣੂਗਾ, ਜਿਹੜੇ ਚਿਹਰੇ ਲੱਭ ਦਿਖਾਈ ਦੇ ਰਹੇ ਨੇ ਉਹਨਾਂ ਦਾ ਕੀ ਬਣੂਗਾ। ਔਰ ਉਹ ਚਿਹਰਿਆਂ ਦੀ ਸਿਆਸਤ ਦੇ ਮੁਕਾਬਲੇ ਜਦੋਂ ਮੁੱਦੇ ਦੀ ਸਿਆਸਤ ਭਾਰੂ ਪਊਗੀ ਜਿਹੜੀ ਸਾਡੇ ਸਾਹਮਣੇ ਹੈ, ਤਾਂ ਚਿਹਰਾ ਟਿਕੂਗਾ ਨਹੀਂ, ਕਿਤੇ ਚਿਹਰੇ ਉੱਡ ਜਾਣੇ ਨੇ ਉਸ ਪੱਧਰ ਦੇ ਉੱਤੇ। ਉਸ ਕਮਜ਼ੋਰੀ ਦੇ ਵਿੱਚੋਂ, ਉਸ ਅੰਦਰੂਨੀ ਡਰ ਦੇ ਵਿੱਚੋਂ ਇਹ ਵਰਤਾਂਤ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸਾਨ ਜਾਂ ਕਿਸਾਨ ਮਜ਼ਦੂਰ ਜਾਂ ਛੋਟਾ ਵਪਾਰੀ ਜਾਂ ਆਮ ਲੋਕਾਂ ਚੋਂ ਨੁਮਾਇੰਦੇ ਜਾਂ ਆਮ ਲੋਕ ਵੋਟ ਸਿਆਸਤ ਦੇ ਵਿੱਚ ਆਉਣ ਹੀ। ਬਿਲਕੁਲ ਹਮੀਰ ਸਿੰਘ ਜੀ, ਕਿਹਦੇ ਵਿਚਾਲੇ ਹੋਰ ਸਵਾਲ ਉੱਭਰਦਾ ਕਿ ਜਦੋਂ ਚਰਚਾਵਾਂ ਛੱਡਦੀਆਂ ਕਿ ਕਿਸਾਨਾਂ ਨੂੰ ਜ਼ਮੀਨੀ ਹਕੀਕਤ ਵੀ ਦੇਖਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ 20% ਜਿਹੜੀ ਹੈ ਉਹ ਕਿਸਾਨਾਂ ਦੀ ਆਬਾਦੀ ਹੈ, ਇਸ ਕਰਕੇ ਕਹਿੰਦੇ ਕਿ ਬਾਕੀ ਆਬਾਦੀ ਜਿਹੜੀ ਹੈ ਭਾਵੇਂ ਉਹ ਸ਼ਹਿਰੀ ਹੈ ਭਾਵੇਂ ਹੋਰ, ਜਿਵੇਂ ਮਨੀਸ਼ ਤਿਵਾੜੀ ਉਹਨਾਂ ਨੇ ਥੋੜੇ ਦਿਨ ਪਹਿਲਾਂ ਇੱਕ ਸਮੀਕਰਨ ਜਿਹਾ ਕੱਢਿਆ ਸੀ ਕਿ ਸਿੱਖ 57% ਨੇ, ਦਲਿਤ ਇੰਨੇ ਨੇ ਤੇ ਹਿੰਦੂ ਇੰਨੇ ਨੇ। ਮਤਲਬ ਕਹਿੰਦੇ ਕਿਸਾਨਾਂ ਨੂੰ ਇਸ ਪਾਸੇ ਵੱਲ ਨੂੰ ਦੇਖਣਾ ਪੈਣਾ ਹੈ ਕਿ ਜਦੋਂ ਤੁਸੀਂ 20% ਹੋ ਤਾਂ ਫਿਰ ਕਿਸ ਤਰ੍ਹਾਂ ਸਿਆਸੀ ਨਿਜ਼ਾਮ ਨੂੰ ਜਿਹੜਾ ਉਹ ਬਦਲਿਆ ਜਾ ਸਕਦਾ, ਕਿਸ ਤਰ੍ਹਾਂ ਬਾਕੀ ਭਾਈਚਾਰਾ ਜਿਹੜਾ ਜਦੋਂ ਤੁਸੀਂ ਜਨ ਅੰਦੋਲਨ ਦੀ ਗੱਲ ਕਰਦੇ ਹੋ ਉਹਨਾਂ ਨੂੰ ਕਿਵੇਂ ਉਹ ਤੁਹਾਡੇ ਨਾਲ ਤੁਰਨਗੇ, ਕਿਵੇਂ ਤੁਹਾਨੂੰ, ਕਿਉਂਕਿ ਸਿਆਸਤ ਦੇ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨਾਲ ਟੱਕਰ ਲੈਣਾ ਕਹਿੰਦੇ ਸੌਖੀ ਗੱਲ ਨਹੀਂ। ਤੁਸੀਂ ਦੇਖੋ ਕਿ ਅਜੀਬ ਵਰਤਾਰਾ ਵਾਪਰ ਰਿਹਾ ਹੈ। ਕਿਸਾਨ ਅੰਦੋਲਨ ਸਰਬੱਤ ਦੇ ਭਲੇ ਤੇ ਇਨਸਾਨੀਅਤ ਦਾ ਮੁੱਦਾ ਉਭਾਰ ਲਿਆ, ਇਹ ਪਾਰਟੀਆਂ ਮੁੜ ਕੇ ਜਾਤ ਤੇ ਧਰਮ ਦਾ ਮੁੱਦਾ ਉਭਾਰ ਲਿਆ। ਕੰਟਰਾਸਟ ਹੀ ਹੈ, ਟੋਟਲ ਪਾਰਟੀਆਂ ਇੱਕ ਪਾਸੇ ਲੱਗ ਗਈਆਂ ਨੇ ਕਿਉਂਕਿ ਇਹਨੂੰ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਉਹਦੇ ਨਾਲ ਜੁੜੀ ਹੋਈ ਸਿਆਸਤ ਤੋਂ ਡਰ ਆਉਂਦਾ। ਇਸੇ ਕਰਕੇ ਉਭਾਰਿਆ ਜਾ ਰਿਹਾ ਨਾ ਮੁੱਦਾ ਕਿ ਹੁਣ ਦਲਿਤ ਚੀਫ ਮਿਨਿਸਟਰ ਹੋਏਗਾ, ਫਲਾਨਾ। ਦਲਿਤਾਂ ਨੂੰ ਕੀ ਦਿੱਤਾ ਅੱਜ ਤੱਕ? ਫਿਰ ਆਉਂਦਾ ਜੀ ਇੱਕ ਹਿੰਦੂ ਚਿਹਰਾ ਹੋਏਗਾ, ਇੱਕ ਫਲਾਨਾ। ਇਹ ਪਹਿਲਾਂ ਕਿਉਂ ਨਹੀਂ ਹੋਇਆ ਹੁਣ ਤੱਕ? ਇਹ ਵੀ ਕਿਸਾਨ ਅੰਦੋਲਨ ਦਾ ਡਰ। ਔਰ ਕਿਸਾਨ, ਇਹ ਠੀਕ ਹੈ ਸਮੱਸਿਆਵਾਂ ਜੇ ਹੈਗੀਆਂ ਨੇ ਉਸ ਪੱਧਰ ਦੇ ਉੱਤੇ,
ਕਿ ਪ੍ਰੋਪਰ ਪੂਰਾ ਜੇ ਹਿੰਦੂ ਮਜ਼ਦੂਰ ਦੀ ਕਿਸਾਨ ਮਜ਼ਦੂਰ ਦੀ ਏਕਤਾ ਕਿਵੇਂ ਹੋਵੇ, ਛੋਟੇ ਵਪਾਰੀ ਦੀ, ਜਾਂ ਬਾਕੀ ਵਪਾਰ ਵੀ ਤਾਂ ਉਜੜ ਰਿਹਾ ਸਾਰੇ ਕਿਤੇ, ਔਰ ਬਾਕੀ ਲੋਕ ਵੀ ਭੁੱਖਮਰੀ ਦਾ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆਕਸਫਾਮ ਦੀ ਰਿਪੋਰਟ ਦੀ, ਜੇ 1 ਮਿੰਟ 'ਚ ਭੁੱਖਮਰੀ ਨਾਲ ਬੰਦਿਆਂ ਦੀਆਂ ਮੌਤਾਂ ਕਿਹਦੀਆਂ ਹੋ ਰਹੀਆਂ ਨੇ, ਸਭ ਤੋਂ ਜ਼ਿਆਦਾ ਉਹ ਮਜ਼ਦੂਰ ਤਬਕੇ ਦੀਆਂ ਹੋ ਰਹੀਆਂ। ਔਰ ਜੇ ਇਹ ਕਾਨੂੰਨ ਲਾਗੂ ਹੁੰਦਾ, ਜਿਹੜਾ ਮਹਿੰਗਾਈ ਦੇ ਮਾਮਲੇ ਦੇ ਵਿੱਚ ਜ਼ਰੂਰੀ ਵਿਵਸਥਾ ਸਭਾਵਾਂ ਦਾ, ਜੇ ਉਹ ਕਾਨੂੰਨ ਲਾਗੂ ਹੋ ਗਿਆ ਹੁੰਦਾ, ਸੁਪਰੀਮ ਕੋਰਟ ਦੀ ਸਟੇ ਨਾ ਹੁੰਦੀ, ਅੱਜ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਰੋਕ ਲਾਈ ਹੈ ਸਟਾਕ ਦੇ ਉੱਤੇ, ਉਹ ਨਹੀਂ ਸੀ ਲੱਗ ਸਕਦੀ। ਇੱਥੇ ਹੋਰ ਜ਼ਿਆਦਾ ਮੌਤਾਂ ਹੋਣੀਆਂ ਸੀ ਉਸੇ ਤਰੀਕੇ ਦੇ ਨਾਲ। ਇਸ ਕਰਕੇ ਉਹਨਾਂ ਦੀ ਪਾਲਿਸੀ ਨੂੰ ਚੈਲੰਜ ਕਰ ਰਿਹਾ ਇਹ ਅੰਦੋਲਨ। ਔਰ ਜਦੋਂ ਅੰਦੋਲਨ ਆਏਗਾ, ਐ ਨਹੀਂ ਹੈ ਕਿ ਇਹਨਾਂ ਦਾ ਬਹੁਤ ਰਿਸ਼ਤੇਦਾਰੀਆਂ ਨੇ ਆਪਸ ਦੇ ਵਿੱਚ ਹੁਣ ਤੱਕ, ਜਿਹੜੀ ਅਲੀਟ ਕਲਾਸ, ਜਿਹੜੇ ਮੰਤਰੀ ਨੇ, ਐਮਐਲਏ ਨੇ, ਬਾਕੀ ਨੇ, ਇਹਨਾਂ ਦੀਆਂ ਰਿਸ਼ਤੇਦਾਰੀਆਂ ਆਪਸ ਚ ਨੇ, ਲੋਕਾਂ ਨਾਲ ਹੈਗੀਆਂ। ਕਿਸੇ ਦਲਿਤ ਦੇ ਘਰ ਕਿੰਨਾ ਕੁ ਜਾ ਕੇ ਇਹ ਪਹਿਲਾਂ ਤੋਂ ਰਹਿੰਦੇ ਨੇ, ਜਾਂ ਉਹਦੇ ਤਾਂ ਮੂਹਰੇ ਕੁੱਤੇ ਬੰਨੇ ਨੇ, ਉਹ ਤਾਂ ਅੰਦਰ ਤੱਕ ਨਹੀਂ ਜਾ ਸਕਦਾ। ਤੇ ਇਸੇ ਤਰ੍ਹਾਂ ਹਿੰਦੂਆਂ ਨੂੰ ਕਿੰਨੀਆਂ ਗਲਵਕੜੀਆਂ ਪਾਉਂਦੇ ਨੇ, ਜਿਹੜੇ ਪਹਿਲਾਂ ਕੱਲਿਆਂ ਦੇਖਣ ਦਾ ਸਵਾਲ ਹੈ। ਉਹ ਮਨੀਸ਼ ਤਿਵਾੜੀ ਨੇ ਜਿਹੜਾ ਕੀਤਾ, ਉਹ ਸਿੱਧੂ ਨੂੰ ਰੋਕਣ ਲਈ ਕੀਤਾ ਸੀ, ਉਹ ਚੱਲਿਆ ਨਹੀਂ ਕੰਮ, ਉਹ ਅਲੱਗ ਸਵਾਲ ਹੈ, ਆਪਣੀ ਪਾਰਟੀ ਦੀ ਅੰਦਰਲੀ ਗੇਮ। ਤੇ ਉਦੋਂ ਪਹਿਲਾਂ ਜਦੋਂ ਕੇਜਰੀਵਾਲ ਆ ਕੇ ਕਹਿ ਜਾਂਦਾ ਜੱਟ ਸਿੱਖ ਹੋਏਗਾ ਚੀਫ ਮਿਨਿਸਟਰ, ਉਹ ਕਾਹਦੇ ਚੋਂ ਕਹਿ ਰਿਹਾ? ਉਹ ਇਸ ਚੋਂ ਕਹਿ ਰਿਹਾ ਕਿ ਇੱਥੇ ਵੋਟਾਂ ਸ਼ਾਇਦ ਉਹਦੀਆਂ ਜ਼ਿਆਦਾ ਨੇ। ਇਹ ਕੇਵਲ ਵੋਟ ਤੋਂ ਤੈਅ ਕਰਦੇ ਨੇ, ਬਾਕੀ ਤੋਂ ਨਹੀਂ। ਜਿਹੜੀ ਇਸ ਅੰਦੋਲਨ ਦੀ ਸਿਆਸਤ ਹੋਏਗੀ, ਉਹ ਭਾਈਚਾਰੇ ਤੋਂ, ਸਰਬੱਤ ਦੇ ਭਲੇ ਤੋਂ, ਸਿਸਟਮ ਤਬਦੀਲੀ ਤੋਂ, ਇੱਕ ਉਹੇ ਜਿਹੇ ਲੋਕਾਂ ਚੋਂ ਆਗੂ ਪੈਦਾ ਕਰਨ ਤੋਂ, ਜਿਹੜੇ ਲੋਕ ਐਲੀਟ ਨਹੀਂ, ਆਮ ਲੋਕਾਂ ਚੋਂ ਆਏ ਨੇ। ਇਹ ਟੋਟਲ ਦਾ ਟੋਟਲ ਸਿਆਸਤ ਨਾਲ ਟੱਕਰ ਹੈ, ਕਿਸੇ ਇੱਕ ਪਾਰਟੀ ਨਾਲ ਨਹੀਂ, ਸਮੁੱਚੀਆਂ ਧਿਰਾਂ ਨਾਲ ਟੱਕਰ ਪੈਦਾ ਹੋਏਗੀ। ਇਸੇ ਕਰਕੇ ਬਹੁਤ ਵੱਡਾ ਕੁਐਸਚਨ ਹੈ ਕਿ ਇਹਦੇ ਚੋਂ ਨਜ਼ਰ ਆ ਜਾਂਦੀ ਹੈ ਕਿ ਸਿਆਸਤ ਕਿਵੇਂ ਬਦਲਣੀ। ਬਾਕੀ ਸਭ ਇੱਕੋ ਖੇਮੇ 'ਚ ਨੇ, ਹਰ ਪਾਰਟੀ ਕਹਿ ਰਹੀ ਹੈ ਇੰਨਾ ਦਲਤਾਂ ਦਾ, ਇੰਨਾ ਫਲਾਨਾ, ਇੰਨਾ ਫਲਾਨਾ। ਤੁਸੀਂ ਦਫੇੜ ਪੈਦਾ ਕਰ ਰਹੇ ਹੋ। ਆਜ਼ਾਦ ਦੇ ਪੰਜਾਬ ਦੀ ਸਿਆਸਤ 'ਚ ਕਦੇ ਨਹੀਂ ਸੀ ਉਸ ਪੱਧਰ ਦੇ ਉੱਤੇ। ਔਰ ਜਦੋਂ ਕਿਸਾਨੀ ਆਏਗੀ, ਉਹ ਇਸ ਰੂਪ 'ਚ ਨਹੀਂ ਆਏਗੀ, ਉਹ ਇੱਕ ਅੰਦੋਲਨ 'ਚੋਂ ਉੱਭਰੀ ਹੋਈ ਗੱਲ ਹੈ। ਔਰ ਉਹ ਮਜ਼ਦੂਰਾਂ ਨੂੰ ਵੀ ਨਾਲ ਲੈਣ ਦਾ ਸਵਾਲ ਹੈ ਕਿ ਕਿਸਾਨ ਅੰਦੋਲਨ ਦੀਆਂ ਧਿਰਾਂ ਵੀ ਆਉਂਦੀਆਂ ਨੇ, ਉਹਨਾਂ ਨੇ ਵੀ 34 ਬੰਦੇ ਰਿਜ਼ਰਵੇਸ਼ਨ ਦੇ ਆਧਾਰ ਤੇ ਰੀਅਲ ਬੰਦੇ ਖੜੇ ਕਰਨੇ ਨੇ, ਤਾਂ ਉਹ ਇਹੋ ਜਿਹੇ ਨਹੀਂ ਕਰਨਗੇ, ਉਹਨਾਂ ਚੋਂ ਕਰਨਗੇ ਜਿਹੜੇ ਮਜ਼ਦੂਰਾਂ ਲਈ ਲਗਾਤਾਰ ਲੜ ਰਹੇ ਬੰਦੇ ਨੇ, ਤਾਂ ਉਹਨਾਂ ਚੋਂ ਆਉਣਗੇ। ਉਹ ਕੇਵਲ ਚਾਪਲੂਸ ਬੰਦਿਆਂ ਚੋਂ ਨਹੀਂ ਆਉਣਗੇ, ਉਹਨਾਂ ਦੇ ਵਿੱਚ ਵੀ। ਉਹ ਵੀ ਸਿਆਸਤ ਦੇ ਵਿੱਚ ਜਿਹੜਾ ਆੜਤੀ ਹੈ, ਬਾਕੀ ਨੇ ਮਰ ਰਹੇ ਨੇ, ਜਿਹੜਾ ਵਪਾਰੀ ਮਰ ਰਿਹਾ ਹੈ, ਉਹ ਕਿਹੜਾ ਕਿਸਾਨ ਅੰਦੋਲਨ ਦੀ ਹਮਾਇਤ ਨਹੀਂ ਕਰ ਰਿਹਾ। ਉਹ ਚਾਹੇ ਹਿੰਦੂ ਵੀ ਹੈ, ਚਾਹੇ ਜਿਹੜਾ ਮਰਜ਼ੀ, ਜੇ ਖੇਤੀ ਉਜੜਦੀ ਹੈ, ਜੇ ਵਾਤਾਵਰਨ ਖਰਾਬ ਹੁੰਦਾ ਟੋਟਲ, ਜੇ ਪਾਣੀ ਚਲਾ ਜਾਂਦਾ ਪੰਜਾਬ ਦਾ, ਜਿਹੜੇ ਬੁਨਿਆਦੀ ਮੁੱਦੇ ਨੇ, ਜੇ ਸੈਂਟਰਲਾਈਜੇਸ਼ਨ ਆਫ ਪਾਵਰ ਰਹਿੰਦੀ ਹੈ, ਫੈਡਰਲਿਜ਼ਮ ਨਹੀਂ ਲਾਗੂ ਹੁੰਦਾ, ਜੇ ਪਾਕਿਸਤਾਨ ਨਾਲ ਸੰਬੰਧ ਨਹੀਂ ਸੁਧਰਦੇ, ਤਾਂ ਵਪਾਰੀ ਦਾ ਵਪਾਰ ਕਿੱਥੇ ਹੋਏਗਾ, ਤਾਂ ਬਾਕੀ ਦੀ ਦਿਹਾੜੀ ਕਿੱਥੋਂ ਆਏਗੀ। ਇਹ ਸਾਰੇ ਜਦੋਂ ਮੁੱਦੇ ਚਰਚਾ ਚ ਆਉਣਗੇ, ਤਾਂ ਮੇਰਾ ਖਿਆਲ ਹੈ ਇਹ ਵੱਡੇ ਦਾਇਰੇ ਨੂੰ ਕਲਾਵੇ ਦੇ ਵਿੱਚ ਲੈਣਗੇ। ਕੱਲਾ ਇਹਨਾਂ ਨਹੀਂ ਵੀ ਕਿਸਾਨ ਨੂੰ ਤਾਂ ਕਿਸਾਨ ਹੀ ਵੋਟ ਪਾਏਗਾ, ਤੁਹਾਨੂੰ ਵੋਟ ਕਿਉਂ ਪਾਵੇ ਜੀ ਬਾਕੀ ਜਿਹੜੇ ਬਾਕੀ ਬੰਦੇ ਖੜੇ ਹੋ। ਫਿਰ ਇਹਦਾ ਮਤਲਬ ਇਹ ਉਹੀ ਤਰੀਕਾ ਹੈ, ਫਿਰ ਇਹੀ ਮਾਨਸਿਕਤਾ ਹੈ ਕਿ ਜਿੱਥੇ ਦਲਿਤ ਬੰਦਾ ਰਿਜ਼ਰਵੇਸ਼ਨ ਚ ਖੜੇਗਾ, ਉੱਥੇ ਤਾਂ ਫਿਰ ਕਿਸਾਨ ਵੋਟ ਹੀ ਨਾ ਪਾਵੇ, ਉੱਥੇ ਤਾਂ ਹਿੰਦੂ ਵੋਟ ਹੀ ਨਾ ਪਾਵੇ। ਪਾਉਣੀ ਪਊਗੀ ਨਾ, ਪਾਉਣੀ ਪੈਂਦੀ ਹੈ। ਤੇ ਇਸ ਲਈ ਇੱਕ ਵਿਚਾਰਧਾਰਕ ਵਖਰੇਵਾ ਹੋਏਗਾ, ਮੁੱਦਿਆਂ ਦਾ ਵਖਰੇਵਾ ਹੋਏਗਾ। ਇਹ ਪੂਰੀ ਉਸ ਸਿਆਸਤ ਦੀ ਕਾਟ ਹੈ, ਜਿਹੜੀ ਸਿਆਸਤ ਚਾਹੇ ਉਹ ਕਿਹੜੀ ਵੀ ਪਾਰਟੀ ਕਰਦੀ ਹੈ, ਜਿਹੜੀਆਂ ਹੁਣ ਸਾਡੇ ਸਾਹਮਣੇ ਤਿੰਨੇ ਚਾਰੇ ਬੰਦੇ, ਤੇ ਇਹ ਉਹਦਾ ਬਦਲਾ। ਇਸੇ ਕਰਕੇ ਤਕਲੀਫ ਹੋ ਰਹੀ ਹੈ ਸਭ ਨੂੰ। ਕੋਈ ਨਾ ਕੋਈ ਇਹੋ ਜਿਹਾ ਸ਼ੋਸ਼ਾ ਸ਼ੁਰੂ ਰੱਖੋ, ਜਿਹੜਾ ਸ਼ੋਸ਼ਾ ਉਹਨੂੰ ਕਾਊਂਟਰ ਕਰਦਾ ਰਹੇ। ਪਰ ਇਹ ਕਾਊਂਟਰ ਹੋਣਾ ਨਹੀਂ ਹੈ ਮੇਰਾ ਖਿਆਲ ਹੈ ਉਸ ਪੱਧਰ ਤੇ। ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕੋਈ ਤਬਦੀਲੀ ਹੋਣੀ ਚਾਹੀਦੀ। ਬਿਲਕੁਲ ਹਮੀਰ ਸਿੰਘ ਜੀ, ਮੇਰਾ ਆਖਰੀ ਸਵਾਲ ਹੈ ਕਿ ਬੀਜੇਪੀ ਦੀ ਘਬਰਾਹਟ ਨੂੰ ਕਿੱਦਾਂ ਦੇਖਦੇ ਹੋ? ਇੱਕ ਪਾਸੇ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਜ਼ਬਰਦਸਤ ਵਿਰੋਧ ਹੈ, ਤਸਵੀਰਾਂ ਗਵਾਹ ਨੇ। ਦੂਜੇ ਪਾਸੇ ਪਾਰਲੀਮੈਂਟ ਦਾ ਸੈਸ਼ਨ ਵੀ ਸਿਰ ਦੇ ਉੱਤੇ ਆ। ਉਧਰੋਂ ਕਿਸਾਨਾਂ ਨੇ ਆਪਣਾ ਜਿਹੜਾ ਵਿਪ ਜਾਰੀ ਕੀਤਾ, ਇਧਰੋਂ ਪੰਜਾਬ ਦੇ ਆਗੂਆਂ ਦੇ ਨਾਲ ਜੇਪੀ ਨੱਡਾ ਹੁਣੀ ਮੁਲਾਕਾਤ ਕਰਦੇ ਨੇ, ਉਹਨਾਂ ਨੂੰ ਭਰੋਸਾ ਦਿੰਦੇ ਨੇ ਕਿ ਪੰਜਾਬ 'ਚ ਸਭ ਕੁਝ ਠੀਕ ਠਾਕ ਕਰ ਦਿੱਤਾ ਜਾਏਗਾ, ਦੇਸ਼ 'ਚ ਕਰ ਦਿੱਤਾ ਜਾਏਗਾ। ਖੇਤੀ ਕਾਨੂੰਨਾਂ ਦੇ ਉੱਤੇ ਘਬਰਾਹਟ ਜਿਹੜੀ ਹੈ ਉਹ ਸਾਫ਼ ਝਲਕਦੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ, ਇਹ ਘਬਰਾਹਟ ਤਾਂ ਹੋਣੀ ਓ ਚਾਹੀਦੀ ਹੈ। ਘਬਰਾਹਟ ਪਹਿਲਾਂ ਹੀ ਹੋਣੀ ਚਾਹੀਦੀ ਸੀ ਕਿ ਜਦੋਂ ਐਡੇ ਵੱਡੇ ਪੱਧਰ ਤੇ ਅੰਦੋਲਨ, ਪਹਿਲਾਂ ਉਹ ਡਨਾਇਲ ਮੋਡ 'ਚ ਚਲੀ ਗਈ, ਨਾ ਮੰਨਣ ਦੇ, ਮੈਂ ਨਾ ਮੰਨ। ਪਹਿਲਾਂ ਲੰਬੇ ਸਮੇਂ ਤੱਕ ਉਹ ਕਹਿੰਦੀ ਰਹੀ ਕਿ ਇਹ ਤਾਂ ਜੀ ਇਕੱਲਾ ਸਿੱਖਾਂ ਦਾ ਅੰਦੋਲਨ ਹੈ, ਫਿਰ ਕਹਿੰਦੀ ਰਹੀ ਨਹੀਂ ਇਕੱਲੇ ਪੰਜਾਬ ਦਾ ਅੰਦੋਲਨ ਹੈ, ਫਿਰ ਕਹਿੰਦੀ ਰਹੇ ਚਲੋ ਹਰਿਆਣੇ ਵਾਲੇ ਥੋੜੇ ਬਹੁਤ ਆ ਗਏ, ਕਦੇ ਉਹਦਾ ਅੰਦੋਲਨ ਹੈ। ਉਹਨੇ ਅਸਲ 'ਚ ਇੱਕ ਝੂਠ ਤੇ ਵਰਤਾਂਤ ਸਿਰਜਿਆ ਸੀ। ਉਹ ਝੂਠ ਚੱਲਿਆ ਨਹੀਂ, ਅੰਦੋਲਨ ਫੈਲਦਾ ਗਿਆ, ਤੇ ਉਹਦੀ ਘਬਰਾਹਟ ਯੂਪੀ ਨਾਲ ਜੁੜ ਕੇ ਜ਼ਿਆਦਾ ਹੈ। ਜੇ ਵੋਟ ਸਿਆਸਤ ਤੋਂ ਚੱਲਣਾ ਤਾਂ ਵੋਟ ਤੋਂ ਯੂਪੀ ਨਾਲ ਜਾ ਕੇ ਜ਼ਿਆਦਾ ਹੈ। ਔਰ ਜਿਹੜਾ ਫਤਵਾ ਵੀ ਉਹਨਾਂ ਨੇ ਪੰਚਾਇਤੀ ਚੋਣਾਂ 'ਚ, ਹੁਣ ਆਜ਼ਾਦ ਬੰਦੇ ਕਹਿੰਦੇ ਸਾਡੇ ਨੇ ਸਾਰੇ ਹੀ,
ਇੱਕ ਝੂਠਾ ਜਿਹਾ ਫਤਵਾ ਅਜੇ ਵੀ ਉਹੀ ਮੋੜ ਹੈ। ਜਿੰਨੀਆਂ ਪੰਚਾਇਤੀ ਚੋਣਾਂ ਯੂਪੀ ਚ ਹੋਈਆਂ ਸੀ ਉਹ ਚ ਮੈਜੋਰਟੀ ਆਜ਼ਾਦ ਜਿੱਤੇ, ਦੂਜੇ ਨੰਬਰ ਤੇ ਸਮਾਜਵਾਦੀ ਪਾਰਟੀ, ਤੀਜੇ ਤੇ ਬੀਜੇਪੀ ਸੀ। ਤੇ ਉਹ ਵੀ ਇੱਕ ਮੇਰਾ ਖਿਆਲ ਹੈ ਜਿਵੇਂ ਮਤਲਬ ਚੂਹਾ ਜਿਹੜਾ ਉਹ ਬਿੱਲੀ ਨੂੰ ਦੇਖ ਕੇ ਜੇਕਰ ਅੱਖਾਂ ਮੀਚ ਲੇ ਨਾ ਉਹਦੀ ਜਾਨ ਨਹੀਂ ਬਚਦੀ, ਉਵੇਂ ਬੀਜੇਪੀ ਅੱਖਾਂ ਮੀਚ ਕੇ ਨਹੀਂ ਚੱਲ ਸਕਦੀ। ਅੰਦਰ ਘਬਰਾਹਟ ਸੁਭਾਵਕ ਹੈ, ਮੌਤ ਤਾਂ ਨੇੜੇ ਆ ਰਹੀ ਹੁੰਦੀ ਹੈ ਉਹਦੇ, ਤੇ ਉਹਨੂੰ ਪੋਲੀਟੀਕਲ ਖਮਿਆਜਾ ਤਾਂ ਭੁਗਤਣਾ ਪੈਣਾ ਇਸ ਸਾਰੇ ਨਾਲ। ਤੇ ਇਦੋਂ ਵੀ ਜ਼ਿਆਦਾ ਅੱਗੇ ਚਾਹੇ ਬਾਹਰ ਪੂਰਾ ਬਹਾਦਰੀ ਵਾਲਾ ਚਿਹਰਾ ਲੈ ਕੇ ਕੋਈ ਬੀਜੇਪੀ ਦੇ ਲੀਡਰ ਗੱਲਾਂ ਕਰਦੇ ਨੇ ਪੰਜਾਬ ਤੇ ਹਰਿਆਣੇ ਵਾਲੇ, ਪਰ ਅੰਦਰੋਂ ਉਹਨਾਂ ਦਾ ਪਰਿਵਾਰ ਵੀ ਜਦੋਂ ਪਰਿਵਾਰ 'ਚ ਬੈਠਦੇ ਹੋਣਗੇ, ਜਦੋਂ ਰਿਸ਼ਤੇਦਾਰਾਂ 'ਚ ਬੈਠਦੇ ਹੋਣਗੇ, ਤਾਂ ਅੰਦਰ ਐਜ ਏ ਇਨਸਾਨੀ ਤੁਸੀਂ ਉਸ ਮਾਹੌਲ 'ਚ ਜਿਉਣਾ, ਉਸ ਮਾਹੌਲ 'ਚ ਰਹਿਣਾ। ਤੁਸੀਂ ਕੱਲੀ ਸਿਆਸਤ ਨਹੀਂ ਕਰਨੀ, ਜਿੱਡੇ ਮਰਜ਼ੀ ਵੱਡੇ ਅਹੁਦੇ ਤੇ ਚਲੇ ਜਾਓ, ਜੇ ਸਮਾਜ ਦਾ ਬਹੁਤ ਵੱਡਾ ਵਰਗ ਤੁਹਾਡੇ ਖਿਲਾਫ ਹੋ ਗਿਆ, ਜੇ ਮਾਨਸਿਕ ਤੌਰ ਤੇ ਤੁਸੀਂ ਉਹਨਾਂ ਤੋਂ ਟੁੱਟ ਚੁੱਕੇ ਹੋ ਔਰ ਉਹ ਤੁਹਾਡੇ ਖਿਲਾਫ ਕਾਰਵਾਈ ਕਰ ਰਿਹਾ ਹੈ, ਤਾਂ ਜ਼ਿੰਦਗੀ ਨਹੀਂ ਜਿਉਈ ਜਾਂਦੀ ਹੁੰਦੀ ਸ਼ਾਂਤਮਈ ਤਰੀਕੇ ਦੇ ਨਾਲ। ਤੁਹਾਡੀ ਦੋ ਗਵਾਂਢੀਆਂ ਨਾਲ ਕਲੇਸ਼ ਹੋ ਜੇ ਤਾਂ ਵੀ ਤੁਹਾਡੀ ਜ਼ਿੰਦਗੀ ਡਿਸਟਰਬ ਹੁੰਦੀ ਹੈ, ਤਾਂ ਵੀ ਤੁਹਾਡੀ ਜ਼ਿੰਦਗੀ ਉਸ ਤਰ੍ਹਾਂ ਸ਼ਾਂਤਮਈ ਨਹੀਂ ਚੱਲ ਸਕਦੀ ਹੁੰਦੀ। ਇਹ ਤਾਂ ਇੱਕ ਐਡੇ ਵੱਡੇ ਕਿੱਤੇ ਦੇ ਭਾਈਚਾਰੇ ਦੇ ਨਾਲ ਤੁਸੀਂ ਟੱਕਰ ਦਵਾ ਰਹੇ ਹੋ ਨਾ ਬੰਦਿਆਂ ਨੂੰ। ਮੈਨੂੰ ਲੱਗਦਾ ਬੀਜੇਪੀ ਦੀ ਉੱਪਰ ਬੈਠੀ ਲੀਡਰਸ਼ਿਪ ਜਿਹੜੀ Z+ ਸਿਕਿਉਰਿਟੀ 'ਚ ਲੈ ਕੇ ਚੱਲਦੀ ਹੈ, ਉਹ ਆਪਣੇ ਬੰਦਿਆਂ ਦਾ ਵੀ ਨੁਕਸਾਨ ਕਰ ਰਹੀ ਹੈ, ਉਹਨਾਂ ਤੇ ਦਿਮਾਗੀ ਬਹੁਤ ਤਣਾਅ ਪੈਦਾ ਕਰ ਰਹੀ ਹੈ, ਉਹਨਾਂ ਦਾ ਹਮੇਸ਼ਾ ਲਈ ਵੱਡੇ ਪੱਧਰ ਦੇ ਉੱਤੇ ਉਹਦੇ ਸਮਾਜ ਦੇ ਨਾਲ ਟਕਰਾਅ ਪੈਦਾ ਕਰ ਰਹੀ ਹੈ। ਇਹ ਬਹੁਤ ਖਤਰਨਾਕ ਰੁਝਾਨ ਹੈ। ਬੀਜੇਪੀ ਦੇ ਹੇਠਲੇ ਬੰਦਿਆਂ ਨੂੰ ਇਹ ਗੱਲ ਉਭਾਰਨੀ ਪਏਗੀ ਕਿ ਤੁਸੀਂ ਸਾਡਾ ਕਿਉਂ ਉਹ ਗਲਤ ਕਰ ਰਹੇ ਹੋ। ਜਿਵੇਂ ਪੰਜਾਬ ਦੇ ਵਿੱਚ ਵੀ ਜਦੋਂ ਖਾਲਿਸਤਾਨੀ ਮੂਵਮੈਂਟ ਸੀ ਤਾਂ ਪੰਜਾਬ ਦਿੱਲੀ ਦਾ ਸਿੱਖ, ਪੰਜਾਬ ਤੋਂ ਬਾਹਰ ਦਾ ਸਿੱਖ ਦਾ ਜੋ ਦਿਲ ਮਤਲਬ ਆਪਸ ਦੇ ਵਿੱਚ ਐਵੇਂ ਕਰਦਾ ਸੀ, ਡਰਦਾ ਸੀ, ਉਹ ਆ ਕੇ ਇੱਥੇ ਆਗੂਆਂ ਨੂੰ ਕਹਿੰਦੇ ਸੀ ਕਿ ਸਾਡਾ ਵੀ ਖਿਆਲ ਰੱਖੋ, ਅਸੀਂ ਤੁਸੀਂ ਤਾਂ ਇੱਥੇ ਬਹੁ ਗਿਣਤੀ ਦੇ ਵਿੱਚ, ਉੱਥੇ ਜੋ ਸਾਡੇ ਨਾਲ ਵਾਪਰ ਰਿਹਾ ਸਾਡਾ ਖਿਆਲ ਰੱਖੋ। ਇਸੇ ਕਰਕੇ ਬੀਜੇਪੀ ਜੇ ਮਹਿਸੂਸ ਕਰਦੀ ਹੈ ਕਿ ਉਹ ਆਪਦੇ ਬੰਦਿਆਂ ਦੇ ਪੱਖ ਦੇ ਵਿੱਚ ਹੈ, ਤਾਂ ਉਹਨਾਂ ਬੰਦਿਆਂ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਜ਼ਰੂਰੀ ਨਹੀਂ ਟਕਰਾਅ ਹੀ ਹੋਣਾ, ਜ਼ਰੂਰੀ ਨਹੀਂ ਕਤਲ ਹੋਣੇ ਹੁੰਦੇ ਨੇ, ਜ਼ਰੂਰੀ ਨਹੀਂ ਕਿਸੇ ਦੇ ਕੁੱਟਮਾਰ ਹੋਣੀ ਹੁੰਦੀ ਹੈ, ਪਰ ਅੰਦਰਲੀ ਜਿਹੜਾ ਇੱਕ ਰੋਜ਼ ਘਰੋਂ ਨਿਕਲ ਕੇ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚੋਂ ਵਿਚਰਨਾ ਹੁੰਦਾ ਹੈ, ਔਰ ਉਹ ਸਾਰੀਆਂ ਗੱਲਾਂ ਤੁਹਾਡੇ ਜ਼ਮੀਰ ਤੇ ਤੁਹਾਡੇ ਰੂਹ ਤੱਕ ਜਾਂਦੀਆਂ। ਔਰ ਜਦੋਂ ਗੁਰੂ ਸਾਹਿਬ ਜ਼ਫਰਨਾਮਾ ਲਿਖਦੇ ਨੇ ਤਾਂ ਔਰੰਗਜ਼ੇਬ ਦੀ ਰੂਹ ਕਰਲਾਉਂਦੀ ਹੈ, ਤੇ ਇਹ ਰੂਹ ਤਾਂ ਕਰਲਾਉਂਦੀ ਹੋਏਗੀ ਨਾ ਕਿ ਇੰਨੇ ਲੋਕਾਂ ਦੇ 500 ਤੋਂ ਬੰਦਾ ਮਰ ਗਿਆ, ਉੱਥੇ ਬੈਠਾ ਸਰਹੱਦ ਦੇ ਉੱਤੇ ਪੌਣੇ 8 ਮਹੀਨੇ ਹੋਣ ਵਾਲੇ ਨੇ, ਤੇ ਤੁਸੀਂ ਅਜੇ ਵੀ ਸੋਚ ਨਹੀਂ ਰਹੇ ਉਹਨਾਂ ਦੇ ਬੱਚੇ, ਉਹਨਾਂ ਦੇ ਮਾਸੂਮ, ਉਹਨਾਂ ਦੇ ਔਰਤਾਂ, ਉਹਨਾਂ ਦੇ ਬਾਕੀ ਲੋਕ, ਇਹਨਾਂ ਦੇ ਅੰਦਰ ਤਾਂ ਉਹ ਤਾਂ ਸੋਚਦੇ ਹੀ ਹੋਣਗੇ ਸਾਨੂੰ ਕਿਹੜੇ ਸੰਕਟ 'ਚ ਫਸਾ ਰਹੇ ਹੋ ਤੁਸੀਂ। ਔਰ ਬੀਜੇਪੀ ਦੇ ਅੰਦਰ ਚਾਹੇ ਉਹ ਇਦੋਂ ਪਹਿਲਾਂ ਵੀ ਕੁਝ ਲੀਡਰ ਬੋਲੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਮੈਨੇਜ ਕੀਤੇ, ਉਹ ਅਲੱਗ ਸਵਾਲ ਹੈ, ਪਰ ਹੁਣ ਅਨਿਲ ਜੋਸ਼ੀ ਤੋਂ ਲੈ ਕੇ ਕਈ ਹੋਰ ਵੀ ਬੋਲ ਰਹੇ ਨੇ, ਇੱਧਰ ਉੱਧਰਲੇ ਬੰਦੇ ਵੀ, ਇਹਦਾ ਮਤਲਬ ਉਹਨਾਂ ਨੂੰ ਸੋਝੀ ਉਹਨਾਂ ਦੇ ਸਾਹਮਣੇ ਦਿਖਾਈ ਦੇ ਰਹੀ। ਯੂਪੀ ਤੋਂ ਹੀ ਜਿਹੜਾ ਸਤਪਾਲ ਮਲਿਕ ਗਵਰਨਰ ਸੀ ਬੋਲਿਆ, ਉਹ ਕਹਿੰਦਾ ਸੀ ਇਹ 300 ਸਾਲ ਲੜ ਗਏ ਨੇ ਮੁਗਲਾਂ ਦੇ ਖਿਲਾਫ, ਥੋੜਾ ਬਹੁਤ ਸੋਚੋ, ਐ ਨਹੀਂ ਚੱਲਣਾ ਕੰਮ ਜਿਵੇਂ ਤੁਸੀਂ ਕਹਿ ਰਹੇ ਹੋ। ਤੇ ਬਾਕੀ ਦੇ ਲੋਕ ਵੀ ਅੰਦਰ ਖਾਤੇ ਬੀਜੇਪੀ ਦੇ RSS ਦੇ ਬੰਦਿਆਂ 'ਚ ਵੀ ਕੋਈ ਇੱਕ ਮਤ ਨਹੀਂ ਹੈ, ਅੰਦਰ ਅੰਦੋਲਨ ਦਾ ਦਬਦਬਾ ਅੰਦਰ ਦਿਖਾਈ ਦੇ ਰਿਹਾ, ਅੰਦਰਲੀ ਦਹਿਸ਼ਤ ਵੀ, ਅੰਦਰਲੀਆਂ ਡਰ ਵੀ, ਤੇ ਜਿੰਨੀ ਜਲਦੀ ਮਹਿਸੂਸ ਹੋ ਜਾਏਗਾ ਜਿਹੜਾ ਹੰਕਾਰ ਦਾ ਜਿਹੜਾ ਇੱਕ ਕਲਗੀ ਹੈ ਉਹ ਥੋੜੀ ਜਿਹੀ ਨੀਵੇਂ ਹੋ ਜਾਏਗੀ। ਮੇਰਾ ਖਿਆਲ ਹੈ ਕਿ ਉਹੀ ਮਨੁੱਖ ਨੀਵਾਂ ਹੁੰਦਾ ਹੈ, ਉਹੀ ਮਨੁੱਖ ਜਨਤਾ ਦੀ ਗੱਲ ਮੰਨਦਾ ਹੈ, ਜਿਹੜਾ ਮਨੁੱਖ ਬਹੁਤ ਵੱਡਾ ਹੁੰਦਾ। ਛੋਟਾ ਮਨੁੱਖ ਹਮੇਸ਼ਾ ਹੰਕਾਰੀ ਹੁੰਦਾ ਹੈ। ਉਹ ਜਿਵੇਂ ਕਹਿੰਦੇ ਨੇ ਆਵਾਜ਼ੇ ਖਲਕਤ ਨਗਾੜਾ ਖੁਦਾ ਹੁੰਦੀ ਹੈ, ਤੇ ਆਵਾਜ਼ ਖਲਕਤ ਦੀ ਆਵਾਜ਼ ਨੂੰ ਵੀ ਨਾ ਮੰਨਣ ਵਾਲਾ ਜਿਹੜਾ ਆਗੂ ਹੁੰਦਾ ਹੈ ਉਹ ਤਾਨਾਸ਼ਾਹ ਮੰਨਿਆ ਜਾਂਦਾ। ਤਾਨਾਸ਼ਾਹ ਦੁਨੀਆ ਤੇ ਬਹੁਤੀ ਦੇਰ ਨਹੀਂ ਚੱਲਦੇ ਉਸ ਪੱਧਰ ਦੇ ਉੱਤੇ। ਇਸ ਕਰਕੇ ਬੀਜੇਪੀ ਦੇ ਅੰਦਰੋਂ ਵੀ ਜਿਹੜੀ ਆਵਾਜ਼ਾਂ ਉੱਠ ਰਹੀਆਂ ਨੇ ਔਰ ਉਹ ਹੋਰ ਉੱਠਣੀਆਂ ਚਾਹੀਦੀਆਂ ਨੇ, ਔਰ ਬੀਜੇਪੀ ਦੀ ਉਸ ਲੀਡਰਸ਼ਿਪ ਨੂੰ ਸਮੱਤ ਆਉਣੀ ਚਾਹੀਦੀ ਹੈ ਕਿ ਉਹ ਆਪਣੇ ਬੰਦਿਆਂ ਨੂੰ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਵਿਚਰਨਾ ਬੰਦ ਕਰੇ ਤੇ ਲੋਕਾਂ ਕਿਸਾਨ ਅੰਦੋਲਨ ਦੇ ਨਾਲ ਉਹਨਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਨਿਬੇੜਾ। ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਜੀ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਗੱਲਬਾਤ ਕੀਤੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਬੀਜੇਪੀ ਦੀ ਘਬਰਾਹਟ ਤੇ ਅੱਗੋਂ ਪਾਰਲੀਮੈਂਟ ਦਾ ਸੈਸ਼ਨ ਵੀ ਸਾਹਮਣੇ ਆ ਰਿਹਾ, ਸਿਆਸਤ ਦੇ ਜਿੰਨੇ ਸਵਾਲ ਉੱਠਦੇ ਨੇ ਉਹਨਾਂ ਸਾਰਿਆਂ ਤੇ ਚਰਚਾ ਹੋਈ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।